ਨਮਸਕਾਰ ਜੀ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਰੋਜ਼ਾਨਾ ਲੋਕ ਨਾਥ ਟੀਵੀ ਦਾ ਵਿਸ਼ੇਸ਼ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਅਤੇ ਭਾਰਤ ਦੀ ਸਿਆਸਤ ਦੇ ਨਾਲ ਜੁੜੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਸਭ ਤੋਂ ਪਹਿਲਾਂ ਗੱਲਬਾਤ ਜਿਹੜੀ ਆ ਉਹ ਕਰਾਂਗੇ ਨਵਜੋਤ ਸਿੰਘ ਸਿੱਧੂ ਦੇ ਸੰਦਰਭ ਦੇ ਵਿੱਚ। ਨਵਜੋਤ ਸਿੰਘ ਸਿੱਧੂ ਦੀ ਰਿਹਾਈ ਦੇ ਵਿੱਚ ਹੁਣ ਤਕਰੀਬਨ ਕੁਝ ਹੀ ਦਿਨ ਜਿਹੜੇ ਉਹ ਬਾਕੀ ਨੇ। ਜੇ ਕਹੀਏ ਕਿ 1 ਮਹੀਨੇ ਤੋਂ ਵੀ ਸਮਾਂ ਜਿਹੜਾ ਉਹ ਘੱਟ ਬਾਕੀ ਰਹਿ ਗਿਆ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਨੂੰ। ਤਾਂ ਉਸ ਰਿਹਾਈ ਤੋਂ ਪਹਿਲਾਂ ਕਾਂਗਰਸ ਦੇ ਅੰਦਰ ਇੱਕ ਵਾਰ ਫਿਰ ਸਿੱਧੂ ਨੂੰ ਲੈ ਕੇ ਜਿਹੜੀ ਸਿਆਸਤ ਭੱਜ ਗਈ ਹੈ, ਵੱਡੀ ਹਲਚਲ ਹੋਈ ਹੈ। ਕੀ ਹਲਚਲ ਹੈ ਤੇ ਨਵਜੋਤ ਸਿੰਘ ਸਿੱਧੂ ਦੀ ਬਾਹਰ ਆਉਣ ਤੋਂ ਬਾਅਦ ਰਣਨੀਤੀ ਕੀ ਰਹਿਣ ਵਾਲੀ ਹੈ, ਗੱਲ ਉਹ ਤੇ ਵੀ ਕਰਾਂਗੇ। ਨਾਲ ਹੀ ਨਾਲ ਜਿਹੜੀ ਆ ਗੱਲਬਾਤ ਕਰਾਂਗੇ ਕਿ ਪੰਜਾਬ ਦੇ ਵਿੱਚ ਸਿੱਖ ਵੋਟਰਾਂ ਨੂੰ ਪਤਿਆਉਣ ਦੇ ਲਈ, ਭਰਮਾਉਣ ਦੇ ਲਈ ਭਾਜਪਾ ਨੇ ਵੱਡੇ ਜਿਹੜੇ ਆ ਉਹ ਇੱਕ ਕਹੀਏ ਕਿ ਇੱਕ ਵੱਡੀ ਚਾਲ ਕਹੀਏ ਜਾਂ ਚਾਲ ਕਹਿ ਦਈਏ ਜਾਂ ਕੁਝ ਹੋਰ ਸ਼ਬਦਾਂ ਦੇ ਵਿੱਚ ਆਪਾਂ ਸੌਖੇ ਤਰੀਕੇ ਨਾਲ ਕਹਿ ਦਈਏ ਕਿ ਭਰਮਾਉਣ ਦੇ ਲਈ ਇੱਕ ਵੱਖਰੀ ਸਕੀਮ ਜਿਹੜੀ ਆ ਉਹ ਘੜੀ ਹੈ। ਕੀ ਉਹ ਸਕੀਮ ਹੈ, ਕਿਵੇਂ ਉਹ ਖਿੱਚਣ ਦੀ ਕੋਸ਼ਿਸ਼ ਦੇ ਵਿੱਚ ਆ, ਗੱਲਬਾਤ ਉੱਤੇ ਵੀ ਕਰਾਂਗੇ। ਤਾਂ ਉਧਰ ਭਗਵੰਤ ਮਾਨ ਤੇ ਉਹਨਾਂ ਦੀ ਸਰਕਾਰ ਦੀ ਜਿਹੜੀ ਉਹ ਪੋਲ ਖੁੱਲੀ ਹੈ। ਉਹ ਕਹਿੰਦੇ ਹੁੰਦੇ ਆ ਕਿ ਹਾਥੀ ਦੇ ਦੰਦ ਜਿਹੜੇ ਆ ਦਿਖਾਉਣ ਦੇ ਹੋਰ ਆ ਤੇ ਖਾਣ ਦੇ ਹੋਰ ਹੈ। ਉਹ ਤੇ ਤਰ੍ਹਾਂ ਜਿਹੜਾ ਇਹ ਭਗਵੰਤ ਮਾਨ ਉਹਨਾਂ ਦੀ ਸਰਕਾਰ ਦੇ ਵਿੱਚ ਅਜਿਹੇ ਵਤੀਰਾ ਜਿਹੜਾ ਦੇਖਣ ਨੂੰ ਮਿਲ ਰਿਹਾ। ਸਾਰੀਆਂ ਖਬਰਾਂ ਤੇ ਵਿਸਤਾਰਪੂਰਵਕ ਚਰਚਾ ਕਰਾਂਗੇ। ਚਰਚਾ ਦੇ ਲਈ ਮੇਰੇ ਨਾਲ ਜੁੜੇ ਆ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ, ਫਿਰ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਅਣਖੀ ਸਾਹਿਬ, ਸਵਾਗਤ ਹੈ ਜੀ ਪ੍ਰੋਗਰਾਮ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਅਣਖੀ ਸਾਹਿਬ, ਨਵਜੋਤ ਸਿੰਘ ਸਿੱਧੂ ਜਿਹੜੇ ਆ ਉਹ ਜੇਲ੍ਹ ਤੋਂ ਬਾਹਰ ਆਉਣ ਵਾਲੇ ਆ, ਪਰ ਉਸ ਖਬਰ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਵਾਰ ਮੈਂ ਤੁਹਾਨੂੰ ਫਿਰ ਉਸੇ ਤੇ ਗੱਲ ਕਰੀਏ ਕਿ ਜਿਹੜਾ ਸਫਰ ਸ਼ਹਾਦਤ ਦਾ ਜਿਹੜਾ ਇਹ ਸ਼ਹੀਦੀ ਹਫਤਾ ਜਿਹੜਾ ਉਹ ਚੱਲ ਰਿਹਾ, ਮੈਂ ਕਹਾਂਗਾ ਕਿ ਅੱਜ ਫਿਰ ਪਹਿਲਾਂ ਉੱਤੇ ਗੱਲਬਾਤ ਕਰੀਏ, ਫਿਰ ਆਪਾਂ ਖਬਰਾਂ ਦੀ ਸ਼ੁਰੂਆਤ ਕਰਾਂਗੇ। ਜੀ ਸੁਖਵਿੰਦਰ ਜੀ, ਅੱਜ 27 ਦਸੰਬਰ ਹੈ ਤੇ ਕੱਲ ਦੇ ਫਤਿਹਗੜ੍ਹ ਸਾਹਿਬ ਵਿਖੇ ਜਿਹੜਾ ਸ਼ਹੀਦੀ ਜੋੜ ਮੇਲ ਆ ਉਹ ਸ਼ੁਰੂ ਹੋ ਚੁੱਕਾ। ਜਿਸ ਤਰ੍ਹਾਂ ਅਸੀਂ ਆਪਣੇ ਦਰਸ਼ਕਾਂ ਨੂੰ ਦੱਸਿਆ ਸੀ ਕਿ ਜਿਹੜੀ 26 ਦਸੰਬਰ ਆ, ਪਹਿਲੇ ਦਿਨ ਸੂਬਾ ਸਰਹੰਦ ਦੀ ਕਚਹਿਰੀ ਦੇ ਵਿੱਚ ਗੁਰੂ ਸਾਹਿਬ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਪੇਸ਼ ਕੀਤਾ ਜਾਂਦਾ, ਸੁਣਵਾਈ ਹੁੰਦੀ ਆ ਔਰ ਸ਼ਾਮ ਨੂੰ ਫਿਰ ਵਾਪਸ ਠੰਡੇ ਬੁਰਜ 'ਚ ਭੇਜ ਦਿੱਤਾ ਜਾਂਦਾ। ਅੱਜ ਫਿਰ ਦੂਸਰੇ ਦਿਨ ਜਿਹੜਾ ਹੈ ਉਹਨਾਂ ਨੇ ਫਿਰ ਸੂਬਾ ਸਰਹੰਦ ਦੀ ਕਚਹਿਰੀ ਦੇ ਵਿੱਚ ਉਹਨਾਂ ਨੂੰ ਪੇਸ਼ ਕੀਤਾ ਜਾਂਦਾ, ਜਿੱਥੇ ਕਾਜ਼ੀ ਜਿਹੜਾ ਹੈ ਸ਼ਰਅ ਦੇ ਅਨੁਸਾਰ ਉਹਨਾਂ ਨੂੰ ਪਹਿਲਾਂ ਲਾਲਚ ਦਿੰਦਾ ਹੈ ਧਰਮ ਬਦਲਾਉਣ ਦੀ। ਧਰਮ ਬਦਲਣ ਦੇ ਬਦਲੇ ਉਹਨਾਂ ਦੇ ਵਿਆਹ ਦੀ, ਪੈਸੇ ਦਾ ਅਣਗਿਣਤ ਤਰੀਕੇ ਦੇ ਲਾਲਚ ਦੇ ਕੇ ਛੋਟੇ ਸਾਹਿਬਜ਼ਾਦਿਆਂ ਨੂੰ ਡਗਮਗਾਉਣ ਦਾ ਯਤਨ, ਆਪਣੇ ਧਰਮ ਦੇ ਮਾਰਗ ਨੂੰ ਡਗਮਗਾਉਣ ਦਾ ਯਤਨ ਜਿਹੜਾ ਉਹ ਕੀਤਾ ਜਾਂਦਾ। ਪਰ 7 ਸਾਲ ਤੇ 9 ਸਾਲ ਦੇ ਇਹ ਦੋ ਬੱਚੇ ਮੁਗਲ ਸਾਮਰਾਜ ਦੇ ਸੂਬਾ ਸਰਹੰਦ ਦੇ ਹਰ ਲਾਲਚ ਨੂੰ ਠੋਕਰ ਮਾਰਦੇ ਹੋਏ ਆਪਣੀ ਸਿੱਖੀ ਸਿਦਕ ਦਾ ਪ੍ਰਮਾਣ ਦਿੰਦੇ ਆ ਤੇ ਕਿਸੇ ਵੀ ਤਰੀਕੇ ਨਾਲ ਡੋਲਦੇ ਨਹੀਂ ਆ। ਤਾਂ ਉਹਨਾਂ ਦੀ ਇਸ ਅਡੋਲਤਾ ਨੂੰ ਵੇਖਦੇ ਹੋਏ ਫਿਰ ਇਸਲਾਮੀ ਸ਼ਰਅ ਦੇ ਅਨੁਸਾਰ ਉਹਨਾਂ ਨੂੰ ਜ਼ਿੰਦਾ ਨੀਹਾਂ ਵਿੱਚ ਚਿਣ ਦਿੱਤੇ ਜਾਣ ਦਾ ਹੁਕਮ ਜਿਹੜਾ ਉਸ ਦਿੱਤਾ ਜਾਂਦਾ। ਤੇ ਅੱਜ ਜਿਹੜੀ ਇਸਲਾਮੀ ਸ਼ਰਅ ਦੇ ਅਨੁਸਾਰ ਉਹਨਾਂ ਤੇ ਸ਼ਰੀਅਤ ਜੋ ਹੈ ਉਹਦੇ ਅਨੁਸਾਰ ਉਹ ਕਾਜ਼ੀ ਜਿਹੜਾ ਉਹ ਆਪਣੀ ਸਜ਼ਾ ਜਿਹੜੀ ਉਹ ਸੁਣਾ ਦਿੰਦਾ ਆ। ਅੱਜ ਦਾ ਦਿਨ ਜਿਹੜਾ ਸੀ ਉਹਨਾਂ ਦਾ ਸੂਬਾ ਸਰਹੰਦ ਦੀ ਕਚਹਿਰੀ ਦੇ ਵਿੱਚ ਆਖਰੀ ਦਿਨ ਹੈ। ਅੱਜ ਉਹ ਫਿਰ ਵਾਪਸ ਆ ਜਾਂਦੇ ਨੇ ਸ਼ਾਮ ਨੂੰ। ਫਿਰ ਕੱਲ ਦਾ ਜਿਹੜਾ ਇਤਿਹਾਸ ਆ ਉਹ ਅਸੀਂ ਆਪਣੇ ਦਰਸ਼ਕਾਂ ਨਾਲ, ਜੋ ਦੁਖਦਾਈ ਇਤਿਹਾਸ ਆ, ਦੁਖਦਾਈ ਸਿੱਖ ਇਤਿਹਾਸ ਦੇ ਦੁਖਦਾਈ ਪੰਨੇ ਦਾ ਆਖਰੀ ਪੰਨਾ ਜਿਹੜਾ ਉਹ ਆਪਾਂ ਗੱਲ ਕਰਾਂਗੇ। ਅੱਜ ਦੇ ਦਿਨ ਸੂਬਾ ਸਰਹੰਦ ਦੀ ਕਚਹਿਰੀ ਵਿੱਚ ਦੁਬਾਰਾ ਛੋਟੇ ਸਾਹਿਬਜ਼ਾਦਿਆਂ ਨੂੰ ਪੇਸ਼ ਕੀਤਾ ਜਾਂਦਾ ਜੀ। ਉਹਨਾਂ ਦੀ ਸ਼ਹਾਦਤ ਨੂੰ, ਉਹਨਾਂ ਦੇ ਜਜ਼ਬੇ ਨੂੰ ਜਿਹੜਾ ਸਲਾਮ ਹੈ, ਰੋਜ਼ ਦੀ ਤਰ੍ਹਾਂ ਅਸੀਂ ਇਸ ਤਰੀਕੇ ਨਾਲ ਚੇਤੇ ਕਰਦੇ ਰਵਾਂਗੇ ਇਸ ਸ਼ਹੀਦੀ ਹਫ਼ਤੇ ਦੇ ਦੌਰਾਨ। ਤਾਂ ਅਗਲੀ ਖਬਰ ਅਣਖੀ ਸਾਹਿਬ ਕਰ ਲੈਂਦੇ ਹਾਂ। ਅਗਲੀ ਖਬਰ ਨਵਜੋਤ ਸਿੰਘ ਸਿੱਧੂ ਦੇ ਸੁਧਾਰਨ ਦੇ ਵਿੱਚ ਹੀ ਹੈ। ਨਵਜੋਤ ਸਿੰਘ ਸਿੱਧੂ ਦੇ ਹੁਣ ਜੇ ਆਪਾਂ ਕਹਿ ਦਈਏ ਕਿ ਉਂਗਲਾਂ ਦੇ ਪੋਟਿਆਂ ਤੇ ਗਿਣ ਜੋਗੇ ਜਿਹੜੇ ਉਹ ਦਿਨ ਬਾਕੀ ਹੈ ਉਹਨਾਂ ਦੀ ਰਿਹਾਈ ਦੇ ਵਿੱਚ, ਤਾਂ ਉਹਨਾਂ ਦੀ ਰਿਹਾਈ ਹੋ ਜਾਣੀ ਹੈ। ਜਿੱਥੇ ਇਹ ਚਰਚਾਵਾਂ ਨੇ ਕਿ ਬੇਸ਼ੱਕ ਠੰਡ ਦਾ ਜਿਹੜਾ ਮਾਹੌਲ ਹੈ, ਸਿੱਧੂ ਦੇ ਆਉਣ ਤੋਂ ਬਾਅਦ ਮੁੱਦਿਆਂ ਦੀ ਸਿਆਸਤ ਜਿਹੜੀ ਆ ਉਹ ਪੂਰਨ ਤਰੀਕੇ ਦੇ ਨਾਲ ਪੰਜਾਬ ਦੇ ਅੰਦਰ ਜਿਹੜੀ ਆ ਉਹ ਗਰਮਾਊਗੀ। ਤਾਂ ਦੂਜੇ ਪਾਸੇ ਕਾਂਗਰਸ ਜਿਹੜੀ ਆ ਉਹ ਡੁੱਬਦੀ ਕਾਂਗਰਸ ਸ਼ੁਕਰ ਮਨਾਉਣ ਦੀ ਥਾਂ ਨਵਜੋਤ ਸਿੰਘ ਸਿੱਧੂ ਦੇ ਉੱਪਰ ਸ਼ਿਕੰਜਾ ਕੱਸਣ ਦੀ ਕੋਸ਼ਿਸ਼ ਹੁਣੇ ਤੋਂ ਹੀ ਕਰਨਾ ਹੀ ਸ਼ੁਰੂ ਕਰ ਦਿੱਤੀ ਹੈ। ਹਰੀਸ਼ ਚੌਧਰੀ ਕਹਿੰਦੇ ਕਿ ਨਵਜੋਤ ਸਿੰਘ ਸਿੱਧੂ ਭਾਈ ਮਾਫ ਕਰਨਾ, ਉਹਨਾਂ ਨੇ ਜਿਹੜਾ ਉਹ ਨਾਮ ਤਾਂ ਕਿਸੇ ਦਾ ਨਹੀਂ ਲਿਆ, ਪਰ ਉਹਨਾਂ ਨੇ ਇਹ ਗੱਲ ਕਹੀ ਕਿ ਚਾਹੇ ਉਹ ਕਿਸੇ ਵੀ ਕੱਦ ਦਾ ਜਿਹੜਾ ਉਹ ਲੀਡਰ ਹੋਵੇ, ਅਨੁਸ਼ਾਸਨ ਜਿਹੜਾ ਉਹ ਬਰਦਾਸ਼ਤ ਨਹੀਂ ਕੀਤਾ ਜਾਊਗਾ। ਅਨੁਸ਼ਾਸਨ ਕੀ ਨਹੀਂ ਬਰਦਾਸ਼ਤ ਕੀਤਾ ਜਾਊਗਾ, ਉਹਨਾਂ ਨੇ ਇਹ ਗੱਲ ਕਹੀ ਹੈ। ਇੱਕ ਤਰੀਕੇ ਦੇ ਨਾਲ ਉਹਨਾਂ ਦੀ ਜੇ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਅਣਖੀ ਸਾਹਿਬ, ਅਨੁਸ਼ਾਸਨ ਇਹੀ ਹੋਊਗਾ ਕਿ ਉਹ ਕਹਿਣ ਕਿ ਭਾਈ ਆਪਾਂ ਕਿਸੇ ਭ੍ਰਸ਼ਟ ਲੀਡਰ ਦੇ ਹੱਕ ਦੇ ਵਿੱਚ ਸਿੱਧੂ ਸਾਹਿਬ ਚੱਲ ਕੇ ਧਰਨਾ ਲਾ ਲਈਏ, ਤੇ ਸਿੱਧੂ ਸਾਹਿਬ ਕਹਿਣ ਕਿ ਮੈਂ ਕਿਸੇ ਭ੍ਰਸ਼ਟ ਲੀਡਰ ਦੇ ਹੱਕ ਦੇ ਵਿੱਚ ਧਰਨਾ ਨਹੀਂ ਦੇਣਾ, ਤੇ ਉਹ ਅਨੁਸ਼ਾਸਨਹੀਣਤਾ ਹੋ ਜੂਗੀ। ਜਾਂ ਕੁਝ ਸਿੱਧੂ ਕਵੇ ਕਿ ਆਪਾਂ ਝੂਠੇ ਲੋਕਾਂ ਦੇ ਨਾਲ ਲਾਰੇ ਨਹੀਂ ਲਾਉਣੇ,
ਤੇ ਉਹ ਵੀ ਜਿਹੜੀ ਅਨੁਸ਼ਾਸਨਹੀਣਤਾ ਹੋ ਜੂਗੀ। ਔਰ ਅਨੁਸ਼ਾਸਨ ਦਾ ਪਾਠ ਅਣਖੀ ਸਾਹਿਬ, ਮੈਨੂੰ ਇਹ ਗੱਲ ਸੋਚ ਕੇ ਬੜੀ ਗੱਲ ਜਿਹੜੀ ਹਾਸੋਹੀਣੀ ਲੱਗਦੀ ਹੈ ਕਿ ਅਨੁਸ਼ਾਸਨ ਦਾ ਪਾਠ ਪੰਜਾਬ ਦੇ ਲੀਡਰਾਂ ਨੂੰ ਉਹ ਲੀਡਰ ਪੜ੍ਹਾ ਰਿਹਾ ਹਰੀਸ਼ ਚੌਧਰੀ, ਜਿਹੜਾ ਖੁਦ ਪਰਖੱਚੇ ਉਡਾ ਰਿਹਾ ਉੱਥੇ ਅਨੁਸ਼ਾਸਨ ਦੇ, ਆਪਦੇ ਰਾਜਸਥਾਨ ਦੇ ਵਿੱਚ ਆਪਦੇ ਮੁੱਖ ਮੰਤਰੀ ਤੇ ਕੀ ਕੁਝ ਇਲਜ਼ਾਮ ਜਿਹੜੇ ਉਹ ਲਾ ਰਿਹਾ ਪੰਜਾਬ ਦੇ ਵਿੱਚ, ਉਹਦੇ ਤੇ ਕੀ ਕੀ ਇਲਜ਼ਾਮ ਲੱਗੇ ਆ ਆਪਦੇ ਹੀ ਲੀਡਰਾਂ ਦੇ ਵੱਲੋਂ ਲਾਏ ਗਏ ਆ, ਕਿਤੇ ਟਿਕਟਾਂ ਵੇਚਣ ਦੇ, ਕਿਤੇ ਬੱਸਾਂ ਦੇ ਵਿੱਚ ਘਪਲਿਆਂ ਦੇ, ਕਿਤੇ ਕਾਹਦਿਆਂ ਦੇ। ਹਾਲਾਂਕਿ ਸੱਚ ਕੀ ਆ ਸਾਨੂੰ ਨਹੀਂ ਪਤਾ, ਸੱਚ ਜਿਹੜਾ ਉਹ ਉਹਨਾਂ ਦੇ ਆਪਣੇ ਲੀਡਰ ਹੀ ਬਿਆਨ ਕਰ ਰਹੇ ਆ, ਤਾਂ ਉਹ ਪਤਾ ਨਹੀਂ ਸੱਚ ਹੈ ਕਿ ਝੂਠ ਹੈ। ਪਰ ਜਿਹੋ ਜਿਹੇ ਇਲਜ਼ਾਮ ਉਹਨਾਂ ਦੇ ਪੰਜਾਬ ਦੇ ਵਿੱਚ ਲੱਗ ਰਿਹਾ, ਤੇ ਦੂਜੇ ਪਾਸੇ ਆਪਣੇ ਪ੍ਰਦੇਸ਼ ਦੇ ਵਿੱਚ, ਆਪਣੇ ਰਾਜਸਥਾਨ ਦੇ ਵਿੱਚ ਕਿਵੇਂ ਉਹ ਉੱਥੇ ਜਿਹੜਾ ਜਾ ਕੇ ਅਨੁਸ਼ਾਸਨ ਦਾ ਜਿਹੜਾ ਪਰਖੱਚੇ ਉਡਾ ਰਹੇ ਆ, ਉੱਥੇ ਖੁਦ ਕਿਵੇਂ ਮੁੱਖ ਮੰਤਰੀ ਦੇ ਖਿਲਾਫ, ਆਪਣੇ ਦੇ ਹੀ ਖਿਲਾਫ ਜਿਹੜਾ ਉਹ ਬੋਲ ਰਹੇ ਆ। ਉਹ ਬੰਦਾ ਅਨੁਸ਼ਾਸਨ ਦਾ ਪਾਠ ਪੜ੍ਹਾਵੇ ਅਣਖੀ ਸਾਹਿਬ, ਗੱਲ ਜਿਹੜੀ ਸਮਝੋ ਬਾਹਰ ਲੱਗ। ਸੁਖਵਿੰਦਰ ਜੀ, ਇਸ ਵੇਲੇ ਪੰਜਾਬ ਦੇ ਵਿੱਚ ਸਰਦੀ ਜਿਹੜੀ ਉੱਤਰੀ ਭਾਰਤ ਵਿੱਚ ਸਰਦੀ ਜਿਹੜੀ ਨਾ ਬਹੁਤ ਜ਼ੋਰਾਂ ਤੇ ਆ, ਕਹਿਰ ਠੰਡ ਦਾ ਕਹਿਰ ਜਿਹੜਾ ਪੂਰਾ ਵਰਤਦਾ ਪਿਆ। ਤੇ ਪਰ ਨਵਜੋਤ ਸਿੱਧੂ ਦੀਆਂ ਖਬਰਾਂ ਦੇ ਆਉਣ ਨਾਲ ਕਾਂਗਰਸੀ ਸਮੀਕਰਨ 'ਚ ਇੱਕ ਗਰਮੀ ਜਿਹੜੀ ਨਾ ਉਹ ਭਖਦੀ ਜਿਹੜੀ ਮਹਿਸੂਸ ਹੋ ਰਹੀ ਆ। ਇਹ ਮੈਂ ਤਾਂ ਕਰਕੇ ਗੱਲ ਕਹਿ ਰਿਹਾ ਕਿ ਅਜੇ 26 ਜਨਵਰੀ ਅੱਜ 27 ਹੋ ਗਈ ਆ, 29 ਦਿਨ ਜਿਹੜੇ ਉਹ ਰਹਿ ਗਏ ਨੇ, ਤੇ ਮਹੀਨਾ ਮੰਨ ਲਓ ਕਿ ਇੱਕ ਮਹੀਨਾ ਅਜੇ ਉਹਨਾਂ ਦੀ ਰਿਹਾਈ ਦੇ ਵਿੱਚ ਨਵਜੋਤ ਸਿੱਧੂ ਦੀ ਪਿਆ। ਪਰ ਉਸ ਤੋਂ ਪਹਿਲਾਂ ਹੀ ਜਿਹੜਾ ਖੇਮੇ ਨੇ, ਚਾਹੇ ਸਿੱਧੂ ਵਿਰੋਧੀ ਖੇਮੇ ਹੋਣ ਜਾਂ ਸਿੱਧੂ ਸਮਰਥਕ ਖੇਮੇ ਹੋਣ, ਉਹਨਾਂ ਦੇ ਵਿੱਚ ਇੱਕ ਅਜੀਬ ਤਰ੍ਹਾਂ ਦੀ ਅਸੀਂ ਸਰਗੋਸ਼ੀਆਂ ਵੇਖਣ ਨੂੰ ਮਿਲ ਰਹੀਆਂ, ਜਿੱਥੇ ਇੱਕ ਪਾਸੇ ਚਾਅ ਆ, ਦੂਜੇ ਪਾਸੇ ਇੱਕ ਡਰ ਜਿਹੜਾ ਉਹ ਵੀ ਨਜ਼ਰੀ ਆ ਰਿਹਾ। ਮਤਲਬ ਇਸ ਤਰ੍ਹਾਂ ਦੀਆਂ ਸਥਿਤੀਆਂ। ਸੋ ਠੰਡ ਦੇ ਮਾਹੌਲ 'ਚ ਕਾਂਗਰਸ ਦੇ ਖੇਤਰ ਦੇ ਵਿੱਚ ਗਰਮੀ ਜਿਹੜੀ ਆ ਉਹ ਸੁਖਵਿੰਦਰ ਜੀ ਜ਼ਰੂਰ ਵੇਖਣ ਨੂੰ ਜਿਹੜੀ ਮਿਲਦੀ ਪਈ ਹੈ ਨਵਜੋਤ ਸਿੱਧੂ ਦੀ ਰਿਹਾਈ ਦੀਆਂ ਖਬਰਾਂ ਨੂੰ ਲੈ ਕੇ। ਉਹ ਤਾਂ ਹੁਣ ਕਲੀਅਰ ਗੱਲ ਹੋ ਗਈ ਕਿ ਉਹ 50 ਬੰਦਿਆਂ ਦੀ ਲਿਸਟ ਦੇ ਵਿੱਚ ਨਵਜੋਤ ਸਿੱਧੂ ਦਾ ਨਾਮ ਹੈਗਾ। ਸ਼ਾਮੀ 7 ਵਜੇ 26 ਜਨਵਰੀ ਨੂੰ ਰਿਹਾ ਹੋਣਗੇ, ਬਾਹਰ ਆਉਣਗੇ। ਉਹਨਾਂ ਦੇ ਸਮਰਥਕਾਂ ਵੱਲੋਂ ਉਹਨਾਂ ਦੀ ਰਿਹਾਈ ਨੂੰ ਇੱਕ ਅਜਿਹਾ ਯਾਦਗਾਰੀ ਪਲ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਜਿਹਦੇ ਨਾਲ ਕਾਂਗਰਸ ਹਾਈ ਕਮਾਨ ਨੂੰ ਵੀ ਸੰਦੇਸ਼ ਦਿੱਤਾ ਜਾ ਸਕੇ, ਤੇ ਦੂਜੇ ਪਾਸੇ ਪੰਜਾਬ ਦੀ ਜਿਹੜੀ ਕਾਂਗਰਸ ਦੇ ਜਿਹੜੇ ਸਿੱਧੂ ਵਿਰੋਧੀ ਖੇਮਾ ਉਹਨਾਂ ਨੂੰ ਇੱਕ ਤਗੜਾ ਮੈਸੇਜ ਦਿੱਤਾ ਜਾ ਸਕੇ। ਸਟਾਰਟਿੰਗ ਦੇ ਉੱਤੇ ਹੀ ਜਿਹੜੇ ਸਿੱਧੂ ਸਮਰਥਕ ਕੈਂਪ ਦਾ ਜਿਹੜੀ ਕੋਸ਼ਿਸ਼ ਆ ਉਹ ਇਹ ਹੈ। ਦੂਜੇ ਪਾਸੇ ਜਿਹੜਾ ਸਿੱਧੂ ਵਿਰੋਧੀ ਖੇਮਾ, ਕਿਉਂਕਿ ਹੁਣ ਤਾਂ ਲਕੀਰ ਪੂਰਨ ਤੌਰ ਤੇ ਖਿੱਚੀ ਜਾ ਚੁੱਕੀ ਹੈ, ਜਿਹਦੇ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਇੰਚਾਰਜ ਜਿਹੜੇ ਹਰੀਸ਼ ਚੌਧਰੀ ਨੇ, ਰਾਜਾ ਵੜਿੰਗ ਨੇ, ਰਾਜਸਥਾਨ ਕਾਂਗਰਸ ਦੇ ਇੰਚਾਰਜ, ਤੇ ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੀ ਉਸੇ ਵਿਰੋਧੀ ਖੇਮੇ 'ਚ ਨੇ। ਹੋਰ ਕਈ ਬੰਦੇ ਇਹੋ ਜਿਹੇ ਨੇ ਜਿਹੜੇ 90 ਤੋਲੇ ਸ਼ਬਦਾਂ ਦੇ ਵਿੱਚ, ਰਮਨੀਤ ਸਿੰਘ ਬਿੱਟੂ ਵੀ ਇਸੇ ਖੇਮੇ 'ਚ ਨੇ। ਸੋ ਇਹ ਜਿਹੜਾ ਖੇਮਾ ਆ ਇਹ ਹੁਣ ਲੈ ਕੇ ਇੱਕ ਘਬਰਾਹਟ ਜਾਂ ਅਜਿਹੀ ਸਥਿਤੀ ਦੇ ਵਿੱਚ ਨਜ਼ਰ ਆ ਰਿਹਾ ਕਿ ਜਿਹਦੇ ਵਿੱਚ ਅਲਖ ਸਾਹਿਬ ਥੋੜਾ ਦਰਸ਼ਕਾਂ ਨੂੰ ਕਲੀਅਰ ਕਰ ਦਈਏ, ਇਹ ਖੇਮੇ ਵੈਸੇ ਅਲੱਗ-ਅਲੱਗ ਹੈ, ਆਪੋ ਆਪਣੀ ਕੁਰਸੀ ਨੂੰ ਲੈ ਕੇ ਖੇਮੇ ਇਹਨਾਂ ਨੇ ਅਲੱਗ-ਅਲੱਗ ਬਣਾਏ ਆ, ਪਰ ਸਿੱਧੂ ਦੇ ਖਿਲਾਫ ਇਹ ਸਾਰੇ ਖੇਮੇ ਜਿਹੜੇ ਆ ਉਹ ਇੱਕ ਖੇਮਾ ਬਣ ਕੇ ਰਹਿ ਜਾਂਦਾ, ਉਹ ਯਾਨੀ ਸਾਰੇ ਇਕੱਠੇ ਹੋ ਜਾਂਦੇ ਸਿੱਧੂ ਦੇ। ਹਾਂ, ਮੈਂ ਉਹੀ ਕਹਿ ਰਿਹਾ, ਉਹ ਫਿਰ ਸਾਰੇ ਇਕੱਠੇ ਹੋ ਜਾਂਦੇ ਨੇ। ਮੈਂ ਇੰਨਾ ਜ਼ਿਆਦਾ ਵਿਸਥਾਰ 'ਚ ਨਹੀਂ ਕੀਤਾ, ਮੈਂ ਸੀਮਤ 'ਚ ਹੀ ਗੱਲ ਕੀਤੀ। ਤਾਂ ਸੁਖਵਿੰਦਰ ਜੀ, ਹੁਣ ਕੱਲ ਭਾਰਤ ਜੋੜੋ ਯਾਤਰਾ ਦੇ ਸੰਬੰਧ ਵਿੱਚ ਚੰਡੀਗੜ੍ਹ ਮੀਟਿੰਗ ਜਿਹੜੀ ਹੋ ਰਹੀ ਸੀ, ਰਾਹੁਲ ਗਾਂਧੀ ਹੋਣਾ ਦੀ ਭਾਰਤ ਜੋੜੋ ਯਾਤਰਾ, ਉੱਥੇ ਹੁਣ ਜਿਹੜਾ ਪੱਤਰਕਾਰ ਭਾਈਚਾਰਾ ਉਹਨਾਂ ਨੂੰ ਵੀ ਸਵਾਦ ਲੈਣਾ ਹੁੰਦਾ, ਉਹਨਾਂ ਨੇ ਵੀ ਹਰੀਸ਼ ਚੌਧਰੀ ਉੱਥੇ ਮੌਜੂਦ ਸੀ, ਹਰੀਸ਼ ਚੌਧਰੀ ਨੂੰ ਪੁੱਛ ਲਿਆ ਕਿ ਹਾਂਜੀ ਸਿੱਧੂ ਸਾਹਿਬ ਦੀ ਰਿਹਾਈ ਦਾ ਕੀ ਕਿੱਦਾਂ ਦਾ ਪ੍ਰਤੀਕਰਮ ਹੈ ਤੁਹਾਡਾ। ਉਹਨਾਂ ਨੇ ਕੋਈ ਸਿੱਧਾ ਜਵਾਬ ਤਾਂ ਨਹੀਂ ਦਿੱਤਾ, ਪਰ ਉਹਨਾਂ ਨੇ ਦੂਸਰੇ ਪਾਸੇ ਜਿਹੜਾ ਆਪਣਾ ਸਟੀਅਰਿੰਗ ਖੁਪਾ ਲਿਆ ਕਿ ਪਾਰਟੀ ਦੇ ਵਿੱਚ ਜਿਹੜੀ ਅਨੁਸ਼ਾਸਨਹੀਣਤਾ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਬੰਦਾ ਭਾਵੇਂ ਕਿੰਨੇ ਵੀ ਉੱਚੇ ਕੱਦ ਦਾ ਹੋਵੇ, ਉਸ ਦੇ ਖਿਲਾਫ ਜੇਕਰ ਗੱਲਬਾਤ ਕਾਰਵਾਈ ਕਰਨੀ ਹੋਵੇ ਤੇ ਜ਼ਰੂਰ ਹੋਏਗੀ। ਉਹਨਾਂ ਦਾ ਜਿਹੜਾ ਬਿਆਨ ਸੀ ਸਿੱਧੇ ਤੌਰ ਤੇ ਨਵਜੋਤ ਸਿੰਘ ਸਿੱਧੂ ਦੇ ਸੰਦਰਭ 'ਚ, ਹਾਲਾਂਕਿ ਉਹਨਾਂ ਦੇ ਨਾਮ ਜਿਹੜਾ ਉਹ ਨਹੀਂ ਗਿਆ। ਜੇ ਵਾਕਿਆ ਹੀ ਕਿਸੇ ਵੀ ਕੱਦ ਦਾ ਨੇਤਾ ਹੈਗਾ, ਉੱਚੇ ਕੱਦ ਦਾ, ਉਹਦੇ ਖਿਲਾਫ ਅਨੁਸ਼ਾਸਨੀ ਕਾਰਵਾਈ ਕਰਨੀ ਚਾਹੀਦੀ ਆ, ਬਿਲਕੁਲ ਹੋਣੀ ਚਾਹੀਦੀ ਆ। ਤਾਂ ਸਭ ਤੋਂ ਪਹਿਲਾਂ ਹਰੀਸ਼ ਚੌਧਰੀ ਨੂੰ ਚਾਹੀਦਾ ਕਿ ਮਹਾਰਾਣੀ ਪ੍ਰਨੀਤ ਕੌਰ ਦੇ ਖਿਲਾਫ ਕੋਈ ਕਾਰਵਾਈ ਕਰਨ। ਉਹ ਤਾਂ ਸ਼ਰੇਆਮ ਹੀ ਚੱਲਣ ਡੇ ਆ, ਘਰ ਵਾਲੇ ਉਹਨਾਂ ਦੇ ਪਿੱਛੇ ਨੇ, ਉੱਥੇ ਚੁੱਪ ਨੇ। ਉਹਨਾਂ ਤੋਂ ਵੱਡਾ ਕੱਦ ਤਾਂ ਸ਼ਾਇਦ ਹੋਰ ਕਿਸੇ ਦਾ ਹੋ ਹੀ ਨਹੀਂ ਸਕਦਾ। ਚਲੋ ਉਹ ਮਹਾਰਾਣੀ ਪ੍ਰਨੀਤ ਕੌਰ ਹੋਣਾ ਦੀ ਗੱਲ ਛੱਡ ਦਿੰਦੇ ਆ, ਨਵਜੋਤ ਸਿੱਧੂ ਦੀ ਗੱਲ ਕਰ ਲੈਂਦੇ ਆ। ਨਵਜੋਤ ਸਿੱਧੂ ਦੇ ਖਿਲਾਫ ਰਾਜਸਥਾਨ ਸੰਮੇਲਨ ਤੋਂ ਪਹਿਲਾਂ ਹਰੀਸ਼ ਚੌਧਰੀ ਹੋਣਾ ਨੇ, ਕਹਿੰਦੇ ਨੇ ਰਾਜਾ ਵੜਿੰਗ ਹੋਣਾ ਨੇ, ਇੱਕ ਚਿੱਠੀ ਜਿਹੜੀ ਸੀ ਉਹ ਹਾਈਕਮਾਨ ਨੂੰ ਲਿਖ ਕੇ ਦਿੱਤੀ ਕਿ ਨਵਜੋਤ ਸਿੱਧੂ ਦੇ ਖਿਲਾਫ ਕਾਰਵਾਈ ਜਿਹੜੀ ਕੀਤੀ ਜਾਵੇ, ਕਿਉਂਕਿ ਇਹ ਪਾਰਟੀ ਦੇ ਉਲਟ ਜਾ ਕੇ ਪੰਜਾਬ ਦੇ ਵਿੱਚ ਜਿਹੜੀਆਂ ਗਤੀਵਿਧੀਆਂ ਆਪਣੇ ਪੱਧਰ ਤੇ ਚਲਾ ਰਹੇ ਨੇ, ਪਾਰਟੀ ਪ੍ਰੋਗਰਾਮਾਂ ਨੂੰ ਇਹ ਤਰਜੀਹ ਨਹੀਂ ਦੇ ਰਹੇ, ਤੇ ਇਸ ਖਿਲਾਫ ਤੇ ਇਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਜਾਵੇ। ਇਹ ਉਦੋਂ ਦੀ ਗੱਲ ਆ ਕਿ ਜਦੋਂ ਨਵਜੋਤ ਸਿੱਧੂ ਹੁਣੀ ਹਰਦੇ ਆ ਤੇ ਪੰਜਾਬ 'ਚ ਆਮ ਪਾਰਟੀ ਦੀ ਸਰਕਾਰ ਜਿਹੜੀ ਬਣਦੀ, ਤਾਂ ਨਵਜੋਤ ਸਿੱਧੂ ਨੇ ਅਗਲੇ ਦਿਨ ਹੀ ਆਪਣੇ ਹਮਾਇਤੇ ਜਾਂ ਆਪਣੇ ਸਮਰਥਕਾਂ ਦੇ ਨਾਲ ਪੰਜਾਬ 'ਚ ਫੇਰੀਆਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਤਾਂ ਉਸ ਗੱਲ ਨੂੰ ਲੈ ਕੇ ਹਰੀਸ਼ ਚੌਧਰੀ ਜਿਹੜਾ ਗਰੁੱਪ ਸੀ ਇਹ ਕਾਫੀ ਨਾਰਾਜ਼ ਸੀ, ਚਿੱਠੀ ਵੀ ਪਾਈ ਗਈ।
ਹੁਣ ਉਹਨਾਂ ਨੇ ਇਹ ਗੱਲ ਕਹੀ ਹੈ, ਔਰ ਦੂਜੇ ਪਾਸੇ ਇਹ ਵੀ ਗੱਲ ਹੈਗੀ ਆ ਕਿ ਹਰੀਸ਼ ਚੌਧਰੀ ਦੱਬੀ ਜ਼ਬਾਨ 'ਚ ਇਹ ਗੱਲ ਕਹਿੰਦੇ ਕਿ 2022 ਦੀਆਂ ਚੋਣਾਂ ਜਿਹੜੀਆਂ ਹਰੀਆਂ ਸਨ ਉਹ ਨਵਜੋਤ ਸਿੱਧੂ ਕਰਕੇ ਹਰੀਆਂ, ਪ੍ਰਧਾਨਗੀ ਠੀਕ ਨਹੀਂ ਹੋਈ, ਇਹੋ ਜਿਹੇ ਇਲਜ਼ਾਮ ਵੀ ਨਵਜੋਤ ਸਿੱਧੂ ਤੇ ਲੱਗਦੇ ਆ। ਅਨੁਸ਼ਾਸਨਹੀਣਤਾ ਦੀ ਗੱਲ ਕਰਦੇ ਆ। ਹੁਣ ਸਿੱਧੂ ਜੀ, ਮੈਂ ਹੁਣ ਜੇਕਰ ਇਹ ਸਾਰੀ ਸਥਿਤੀ ਦਾ ਵਿਸ਼ਲੇਸ਼ਣ ਕਰਾਂ ਜਾਂ ਮੈਂ ਹਰੀਸ਼ ਚੌਧਰੀ ਦੇ ਬਿਆਨਾਂ ਦਾ ਪੋਸਟਮਾਰਟਮ ਜੇ ਕਰਦਾ ਤਾਂ ਪਹਿਲਾਂ ਤਾਂ ਮੈਨੂੰ ਹਰੀਸ਼ ਚੌਧਰੀ ਦੀ ਸਥਿਤੀ ਤੇ ਹਾਸਾ ਆਉਂਦਾ ਕਿ ਉਹ ਬੰਦਾ ਜਿਹੜਾ ਇੱਥੇ ਅਨੁਸ਼ਾਸਨ ਦੀ ਗੱਲ ਕਰ ਰਿਹਾ, ਰਾਜਸਥਾਨ ਆਪਣਾ ਜਿਹੜਾ ਉਹਦਾ ਪ੍ਰਾਂਤ ਆ, ਉੱਥੇ ਉਹਦਾ ਰੋਲ ਕੀ ਆ, ਉੱਥੇ ਆਪਣੇ ਮੁੱਖ ਮੰਤਰੀ ਨੂੰ ਉਹ ਗੱਦਾਰ ਕਹਿ ਦਿੰਦਾ ਅਸ਼ੋਕ ਗਹਿਲੋਤ ਨੂੰ, ਜਦੋਂ ਕਿ ਉੱਥੇ ਸਚਿਨ ਪਾਇਲਟ ਤੇ ਅਸ਼ੋਕ ਗਹਿਲੋਤ ਇੱਕ ਪਲੇਟਫਾਰਮ ਤੇ ਨਜ਼ਰ ਆ ਰਹੇ ਆ। ਹੁਣ ਉੱਧਰ ਜਾ ਕੇ ਤੁਹਾਡੀ ਭੂਮਿਕਾ ਆਪਣੀ ਪਾਰਟੀ ਦੇ ਉੱਚ ਨੇਤਾਵਾਂ ਦੇ ਖਿਲਾਫ ਅਜਿਹੀ ਬਿਆਨਬਾਜ਼ੀ ਇੱਕ ਮੁੱਖ ਮੰਤਰੀ ਦੇ ਖਿਲਾਫ ਕਰ ਰਹੇ ਜੇ, ਤੇ ਫਿਰ ਦੂਜੇ ਪਾਸੇ ਪੰਜਾਬ 'ਚ ਤੁਸੀਂ ਅਨੁਸ਼ਾਸਨਹੀਣਤਾ ਦੀ ਗੱਲ ਕਰਦੇ ਜਾਂ ਅਨੁਸ਼ਾਸਨ ਨੂੰ ਕਾਇਮ ਰੱਖਣ ਦੀ ਗੱਲ ਕਰਦੇ ਜੇ, ਤਾਂ ਫਿਰ ਤੁਹਾਡਾ ਰੋਲ ਕੀ ਹੈ, ਤੁਹਾਡੀ ਅਸਲ ਭੂਮਿਕਾ ਦੇ ਪ੍ਰਸ਼ਨ ਚਿੰਨ੍ਹ ਲੱਗ ਜਾਂਦਾ। ਮੈਨੂੰ ਤਾਂ ਸੁਖਵਿੰਦਰ ਜੀ ਇਸ ਤਰ੍ਹਾਂ ਲੱਗਦਾ ਕਿ ਹਰੀਸ਼ ਚੌਧਰੀ ਇੱਕ ਖਾਕਸ ਦਾ ਟਰੰਪ ਕਾਰਡ ਹੀ ਆ ਜਿਹੜਾ ਹਾਈ ਕਮਾਨ ਨੇ ਰੱਖਿਆ। ਠੀਕ ਆ, ਉਤੋਂ ਜੋ ਪਾਰਟੀ ਦਾ ਪ੍ਰੋਟੋਕੋਲ ਹੁੰਦਾ ਕਿ ਹਰ ਰਾਜ ਦੇ ਵਿੱਚ ਇੱਕ ਤੁਸੀਂ ਇੰਚਾਰਜ ਲਾਉਣਾ, ਤੁਸੀਂ ਲਾ ਦਿੱਤਾ, ਬਾਕੀ ਉਹਦੇ ਪੱਲੇ ਪੁੱਲੇ ਕਿਹੜੀਆਂ ਸ਼ਕਤੀਆਂ ਹਨ ਜਾਂ ਕਿਹੜੀਆਂ ਸ਼ਕਤੀਆਂ ਨਹੀਂ, ਇਹ ਉਨੀਆਂ ਕੀ ਹੁੰਦਾ ਕਿ ਸਿਰਫ ਤੂੰ ਬਿਆਨ ਦੇਣੇ ਨੇ, ਇਸ ਤੋਂ ਵੱਧ ਤੂੰ ਕੁਝ ਨਹੀਂ ਕਰਦਾ। ਬਾਕੀ ਸਭ ਕੁਝ ਜਿੰਨੀ ਵੀ ਵਾਕਡੋਰ ਜਿਹੜੇ ਵੀ ਫੈਸਲੇ ਲੈਣੇ ਨੇ ਉਹ ਹਾਈ ਕਮਾਨ ਨੇ ਆਪਣੇ ਪੱਧਰ ਤੇ ਹੀ ਕਰਦੇ ਆ, ਤੂੰ ਜੋ ਮਰਜ਼ੀ ਬਿਆਨਬਾਜ਼ੀ ਕਰੀਆਂ ਯਾਰ। ਮੈਨੂੰ ਹਰੀਸ਼ ਚੌਧਰੀ ਦੀ ਜਿਹੜੀ ਸਥਿਤੀ ਆ ਕੁਝ ਇਸ ਤਰ੍ਹਾਂ ਦੀ ਨਜ਼ਰ ਆਉਂਦੀ ਆ, ਕਿਉਂਕਿ ਇਹ ਹਾਲਾਤ ਮੈਂ ਤਾਂ ਬਿਆਨ ਕੀਤੇ ਕਿਉਂਕਿ ਜਿਸ ਤਰੀਕੇ ਦੇ ਨਾਲ ਅਸੀਂ ਕਹਿ ਸਕਦੇ ਕਿ ਕਾਂਗਰਸ ਹਾਈ ਕਮਾਨ ਤੋਂ ਨਾਰਾਜ਼ ਪੰਜਾਬ ਕਾਂਗਰਸ ਦੇ ਕਈ ਨੇਤਾ, ਜਿਨ੍ਹਾਂ ਵਿੱਚ ਮਨੀਸ਼ ਤਿਵਾੜੀ ਲਾ ਲਓ, ਜਿਨ੍ਹਾਂ ਦੇ ਵਿੱਚ ਤੁਸੀਂ ਮਨਪ੍ਰੀਤ ਸਿੰਘ ਬਾਦਲ ਲਾ ਲਓ, ਮਹਿੰਦਰ ਸਿੰਘ ਕੇਪੀ ਲਾ ਲਓ, ਸ਼ਮਸ਼ੇਰ ਸਿੰਘ ਦੂਲੋ ਲਾ ਲਓ, ਇਹੋ ਜਿਹੇ ਜਿਹੜੇ ਟਕਸਾਲੀ ਕਾਂਗਰਸੀ ਆ ਔਰ ਬੀਤੇ ਲੰਮੇ ਸਮੇਂ ਤੋਂ ਕਾਂਗਰਸ ਹਾਈ ਕਮਾਨ ਦੀਆਂ ਅਸੀਂ ਕਹਿ ਸਕਦੇ ਹਾਂ ਕਿ ਕੁਝ ਨੀਤੀਆਂ ਦੇ ਕਾਰਨ ਇਹ ਵਿਅਕਤੀ ਨਿਰਾਸ਼ ਨੇ ਜਾਂ ਘਰ ਬੈਠੇ ਨੇ, ਇਹ ਸਾਰੇ ਇੱਕ ਇੱਕ ਕਰਕੇ ਸਿੱਧੂ ਨੂੰ ਮਿਲਦੇ ਪਏ ਆ। ਤਾਂ ਕੁਦਰਤੀ ਤੌਰ ਤੇ ਨਵਜੋਤ ਸਿੰਘ ਸਿੱਧੂ ਦਾ ਖੇਮਾ ਜਿਹੜਾ ਭਾਰੀ ਹੁੰਦਾ ਜਾ ਰਿਹਾ। ਮੈਂ ਇਹ ਵੀ ਗੱਲ ਕਰਦਾ ਵਾਂ, ਨਵਜੋਤ ਸਿੱਧੂ ਵੀ ਕਿਸੇ ਪੱਧਰ ਤੋਂ ਕਾਂਗਰਸ ਹਾਈ ਕਮਾਨ ਦਾ ਨਾਰਾਜ਼ ਸੀ ਜਦੋਂ ਚੋਣਾਂ ਦਾ ਮਾਹੌਲ ਬਣਿਆ। ਬੇਸ਼ੱਕ ਉਹਨਾਂ ਸਥਿਤੀਆਂ ਨੇ ਉਹਨਾਂ ਕਾਂਗਰਸ ਦਾ ਸਾਥ ਨਹੀਂ ਛੱਡਿਆ, ਪਰ ਉਹ ਚੁੱਪ ਕਰਕੇ ਘਰ ਵੀ ਬੈਠ ਗਏ। ਤੇ ਜਦੋਂ ਹੁਣ ਇਹ ਚਿੱਠੀ ਆਈ ਤਾਂ ਇਸ ਦਾ ਭਾਵ ਇਹ ਸਾਫ਼ ਸਪਸ਼ਟ ਹੋ ਗਿਆ ਕਿ ਵਾਕਿਆ ਕਾਂਗਰਸ ਜਿਹੜੀ ਹੈ ਨਵਜੋਤ ਸਿੱਧੂ ਵਰਗੇ ਬੰਦੇ ਨੂੰ ਆਪਣੇ ਉੱਥੋਂ ਗਵਾਉਣਾ ਨਹੀਂ ਚਾਹੁੰਦੀ। ਪਰ ਹੁਣ ਇਹ ਵੇਖਣਾ ਪਏਗਾ ਕਿ ਜਿਸ ਤਰੀਕੇ ਨਾਲ ਨਵਜੋਤ ਸਿੱਧੂ ਦੇ ਆਲੇ ਦੁਆਲੇ ਉਹਦੇ ਸਮਰਥਕ ਤੇ ਖਾਸ ਤੌਰ ਤੇ ਉਹ ਸਮਰਥਕ ਜਿਹੜੇ ਕਾਂਗਰਸ ਹਾਈ ਕਮਾਨ ਜਾਂ ਪੰਜਾਬ ਦੀ ਕਾਂਗਰਸ ਕਰਕੇ ਨਾਰਾਜ਼ ਨੇ, ਜਿਹੜੇ ਧੜੇਬੰਦੀਆਂ ਨੂੰ ਜਨਮ ਦੇ ਰਹੇ ਤੇ ਜਿਹੜੇ ਸਿੱਧੂ ਦੇ ਦੁਆਲੇ ਇਕੱਠੇ ਹੋ ਰਹੇ ਨੇ, ਉਹਨਾਂ ਦੇ ਬਾਹਰ ਆਉਣ ਦੇ ਨਾਲ ਅਨਿਕ ਸਾਹਿਬ, ਨਾਲੇ ਹਰੀਸ਼ ਚੌਧਰੀ ਇਹ ਵੀ ਦੱਸ ਦੇਣ ਵੀ ਹਾਲੇ ਤੱਕ ਕਾਰਵਾਈ ਛੋਟੇ ਮੋਟੇ ਲੀਡਰਾਂ ਤੋਂ ਖਿਲਾਫ ਕਾਰਵਾਈ ਕਰਨ ਤੋਂ ਇਲਾਵਾ ਕਿ ਉਹਨਾਂ ਦੇ ਕੋਲ ਇੰਨੀ ਕੋਈ ਤਾਕਤ ਹੈਗੀ ਹੈ ਕਿ ਮਹਾਰਾਣੀ ਪ੍ਰਨੀਤ ਕੌਰ ਦੇ ਖਿਲਾਫ ਕੋਈ ਕਾਰਵਾਈ ਕਰਦੇ ਜਿਹੜੀ ਤੁਸੀਂ ਗਿਣਾ ਚੁੱਕੇ ਹੋ। ਚਰਨਜੀਤ ਸਿੰਘ ਚੰਨੀ ਜੀ ਨੇ ਆਪਣਾ ਭਰਾ ਆਪਣੇ ਹੀ ਕੈਂਡੀਡੇਟ ਦੇ ਖਿਲਾਫ ਆਜ਼ਾਦ ਖੜਾ ਕਰਵਾਤਾ ਕਿ ਉਹਦੇ ਖਿਲਾਫ ਕੋਈ ਕਾਰਵਾਈ ਹਰੀਸ਼ ਚੌਧਰੀ ਨੇ ਕੀਤੀ। ਨਾਲ ਹੀ ਨਾਲ ਜਿਹੜੇ ਰਾਣੇ ਗੁਰਜੀਤ ਦੇ ਨਾਲ ਹਰੀਸ਼ ਚੌਧਰੀ ਜਿਹੜੇ ਆ ਉਹ ਮਹਿੰਗੀਆਂ ਮੀਟਿੰਗਾਂ ਦੇ ਵਿੱਚ ਉਹਨੇ ਵੀ ਆਪਣੇ ਬੇਟੇ ਨੂੰ ਆਜ਼ਾਦ ਖੜਾ ਕਰਕੇ ਆਪਣੇ ਹੀ ਕੈਂਡੀਡੇਟ ਕਾਂਗਰਸ ਦੇ ਕੈਂਡੀਡੇਟ ਨੂੰ ਹਰਾਤਾ। ਤੇ ਹੁਣ ਜਿਹੜੇ ਮੀਟਿੰਗਾਂ ਉਹ ਅਕਾਲੀ ਦਲ ਦੇ ਨਾਲ ਕਰਦੇ ਫਿਰਦੇ ਆ ਕਿ ਉਹਨਾਂ ਤੇ ਵੀ ਕੋਈ ਅਨੁਸ਼ਾਸਨ ਦਾ ਜਿਹੜਾ ਉਹ ਪਾਠ ਪੜਾਉਣਗੇ। ਹਰੀਸ਼ ਚੌਧਰੀ ਖੁਦ ਤਾਂ ਚਲੋ ਪੜ੍ਹਦੇ ਨਹੀਂ, ਹਰਿਆਣੇ ਦੇ ਮਾਫ ਕਰਨਾ ਰਾਜਸਥਾਨ ਦੇ ਵਿੱਚ ਖੁਦ ਕੀ ਕੁਝ ਕਰਦੇ ਫਿਰਦੇ ਆ ਉਹ ਵੀ ਆਪਾਂ ਨੂੰ ਪਤਾ ਹੀ ਹੈ। ਔਰ ਦੂਜੀ ਗੱਲ ਇਹ ਅਣਕੇ ਸਾਹਿਬ ਕਿ ਐਡਾ ਕੱਦ ਹਰੀਸ਼ ਚੌਧਰੀ ਦਾ ਹੈਗਾ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਉੱਪਰ ਜਿਹੜਾ ਕੋਈ ਕਾਰਵਾਈ ਜਿਹੜੇ ਉਹ ਕਰ ਦੇਣ। ਔਰ ਦੂਜੀ ਗੱਲ ਇਹ ਹੈ ਕਿ ਸਿੱਧੂ ਇਹਨਾਂ ਗਿੱਦੜ ਭੰਬਕਿਆਂ ਤੋਂ ਡਰਨ ਵਾਲਾ ਹੈਗਾ ਕਿ ਸਿੱਧੂ ਦੀ ਰਣਨੀਤੀ ਜਿਹੜੀ ਆ ਉਹ ਕਹੇ ਜੀ ਰਹੂ। ਸੁਖਵਿੰਦਰ ਜੀ, ਜੇਕਰ ਸਿੱਧੂ ਦੀ ਮਗਰਲੇ 50 ਸਾਲਾਂ ਦੀ ਜਾਂ ਬੀਤੇ ਦੌਰ ਦੀ ਉਸਦੀ ਕਾਰਜਸ਼ੈਲੀ ਵੇਖੀ ਜਾਵੇ, ਉਹ ਬੰਦਾ ਆਪਣੇ ਮੁੱਦਿਆਂ ਦੀ ਲੜਾਈ ਲੜਨ ਵਾਸਤੇ ਪ੍ਰਸਿੱਧ ਹੈ, ਮਸ਼ਹੂਰ ਆ ਕਿ ਉਹਨੇ ਮੁੱਦਿਆਂ ਦੀ ਗੱਲ ਕਰਦੀ ਹੈ। ਨਾ ਕਿਸੇ ਨੇ ਉਹਨੇ ਝੂਠੇ ਬੰਦੇ ਦਾ ਸਾਥ ਦੇਣਾ, ਨਾ ਕਿਸੇ ਝੂਠੇ ਬੰਦਿਆਂ ਦੇ ਉਹਨੇ ਅਸਾਰ ਤੇ ਧਰਨਿਆਂ ਦੇ ਉੱਤੇ ਜਾਟ ਕੇ ਬੈਠਣਾ। ਉਹ ਸਾਫ਼ ਜਵਾਬ ਦੇ ਕੇ ਘਰ ਬਹਿ ਜਾਊਗਾ। ਪਰ ਜੇਕਰ ਉਹ ਇਹ ਗੱਲ ਸੋਚੀਏ ਕਿ ਜਦੋਂ ਬਾਹਰ ਆਊਗਾ ਤੇ ਜੇਕਰ ਕੱਲ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਵਿਜੀਲੈਂਸ ਕਿਸੇ ਕਰਪਟ ਮੰਤਰੀ ਨੂੰ ਚੁੱਕਦੀ ਹੈ ਤੇ ਕਾਂਗਰਸ ਵਾਲੇ ਕਹਿਣ ਕਿ ਹਾਂਜੀ ਸਿੱਧੂ ਸਾਹਿਬ ਆਓ ਚੱਲੀਏ, ਉਹਦੇ ਹੱਕ 'ਚ ਧਰਨਾ ਦੇਣਾ, ਤੇ ਇਹ ਸਾਫ਼ ਸਪਸ਼ਟ ਆ ਕਿ ਸਿੱਧੂ ਦਾ ਸਾਫ਼ ਜਵਾਬ ਹੋਣਾ ਕਿ ਭਲੇ ਮਿਸ 500 ਇਹ ਕੰਮ ਸਾਡੇ ਕੋਲ ਨਹੀਂ ਜੇ ਹੋਣਾ, ਇਹ ਕੰਮ ਤੁਸੀਂ ਆਪ ਸਾਂਭ ਲਓ। ਮੈਂ ਅੱਗੇ ਵੀ ਇਕੱਲਾ ਸਾਂ, ਮੈਂ ਹੁਣ ਵੀ ਇਕੱਲਾ ਚੱਲੂੰਗਾ। ਬਾਕੀ ਜੋ ਤੁਹਾਡਾ ਦਿਲ ਕਰਦਾ ਤੁਸੀਂ ਕਰੋ, ਤੁਹਾਡਾ ਦਿਲ ਕਰਦਾ ਜੋ ਨਾ ਕਰੋ। ਜੋ ਸਿੱਧੂ ਦੀ ਸ਼ਖਸੀਅਤ ਰਹੀ ਆ ਜਾਂ ਜੋ ਕੁਝ ਉਸਨੇ ਵੇਖਿਆ ਜਾਂ ਜੋ ਕੁਝ ਉਸਨੇ ਮਹਿਸੂਸ ਕੀਤਾ ਬੀਤੇ 50 ਸਾਲਾਂ ਦੇ ਵਿੱਚ, ਜੇਕਰ ਉਹ ਕੈਪਟਨ ਦੇ ਪਚਕਰੇ ਜੇਕਰ ਉਹ ਕੈਪਟਨ ਅਮਰਿੰਦਰ ਸਿੰਘ ਦੀਆਂ ਨੀਤੀਆਂ ਦਾ ਵਿਰੋਧ ਕਰਦਾ ਰਿਹਾ, ਚਰਨਜੀਤ ਸਿੰਘ ਚੰਨੀ ਦੀਆਂ ਨੀਤੀਆਂ ਦਾ ਵਿਰੋਧ ਕਰਦਾ ਰਿਹਾ, ਤੇ ਸੁਖਵਿੰਦਰ ਜੀ ਹੁਣ ਜਦੋਂ ਫਿਰ ਵਿਜੀਲੈਂਸ ਉਹ ਜੇ ਛਾਪੇ ਮਾਰ ਕੇ ਉਹਨਾਂ ਕਾਂਗਰਸੀ ਸਾਬਕਾ ਮੰਤਰੀਆਂ ਜਾਂ ਸਾਬਕਾ ਵਿਧਾਇਕਾਂ ਨੂੰ ਅੰਦਰ ਕਰੇਗੀ, ਮੇਰਾ ਨਹੀਂ ਖਿਆਲ ਕਿ ਨਵਜੋਤ ਸਿੱਧੂ ਆਪਣੇ ਸੁਭਾਅ ਦੇ ਮੁਤਾਬਕ ਇਹਨਾਂ ਲੋਕਾਂ ਦਾ ਸਾਥ ਦੇਵੇ। ਉਹ ਸਾਈਡ ਤੇ ਅਲੱਗ ਹੋ ਕੇ ਚੱਲਣ ਵਿੱਚ ਯਕੀਨ ਰੱਖਣ ਵਾਲਾ ਬੰਦਾ ਆ। ਔਰ ਸੈਕੰਡਲੀ ਸੁਖਵਿੰਦਰ ਜੀ, ਇਹ ਗੱਲ ਮੈਂ ਬਾਰ-ਬਾਰ ਫਿਰ ਕਹਿ ਦਈਏ, ਜਿਸ ਤਰ੍ਹਾਂ ਪਹਿਲਾਂ ਵੀ ਗੱਲ ਕੀਤੀ ਕਿ ਕਾਂਗਰਸ ਨੂੰ ਨਵਜੋਤ ਸਿੱਧੂ ਦੀ ਲੋੜ ਹੋ ਸਕਦੀ ਆ। ਨਵਜੋਤ ਸਿੱਧੂ ਨੇ ਅੱਜ ਦੇ ਟਾਈਮ ਦੇ ਵਿੱਚ ਮੇਰਾ ਨਹੀਂ ਖਿਆਲ ਕਾਂਗਰਸ ਦੀ ਜਾਂ
ਜਾਂ ਕਿਸੇ ਹੋਰ ਪਾਰਟੀ ਦੀ ਲੋੜ ਹੋਵੇ, ਉਹ ਬੰਦਾ ਜਿਸ ਤਰ੍ਹਾਂ ਪਹਿਲਾਂ ਸੀ ਫੱਕਰ ਸੁਭਾਅ ਦਾ, ਹੁਣ ਵੀ ਜਦੋਂ ਜੇਲ੍ਹ 'ਚ ਬਾਹਰ ਆਏਗਾ ਉਸੇ ਤਰੀਕੇ ਦਾ ਉਹਦਾ ਵਤੀਰਾ ਜਿਹੜਾ ਹੋਵੇਗਾ। ਉਹਨੇ ਮੁੱਦਿਆਂ ਦੀ ਰਾਜਨੀਤੀ ਕਰਨੀ ਆ, ਪਰ ਸ਼ਾਇਦ ਜਿਹੜੀਆਂ ਪਾਰਟੀਆਂ ਹੁੰਦੀਆਂ ਨੇ ਉਹਨਾਂ ਨੂੰ ਮੁੱਦਿਆਂ ਤੇ ਚੱਲਣ ਵਾਲੇ ਬੰਦੇ ਪਸੰਦ ਨਹੀਂ ਆਉਂਦੇ। ਇਹਦਾ ਤੁਸੀਂ ਅੱਜ ਦੀ ਪਾਰਟੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਵੀ ਗੱਲ ਕਰ ਲਓ, ਜੇ ਕੋਈ ਬੰਦਾ ਮੁੱਦੇ ਦੀ ਗੱਲ ਕਰਦਾ ਉਸ ਨੂੰ ਬਿਲਕੁਲ ਅਣਗੌਲਿਆ ਰਹਿ ਜਾਂਦਾ। ਜਿਸ ਤਰ੍ਹਾਂ ਕਮਰ ਵਿਜੇ ਪ੍ਰਤਾਪ ਦੀ ਅਸੀਂ ਕਈ ਵਾਰੀ ਗੱਲ ਕਰਦੇ, ਉਹ ਮੁੱਦਾ ਬੇਅਦਬੀ ਦੇ ਮੁੱਦਿਆਂ ਨੂੰ ਚੁੱਕਦੇ ਆ, ਪਰ ਨਹੀਂ, ਅਗਲਾ ਬੰਦਾ ਇਕੱਲਾ ਬਹਿ ਜਾਂਦਾ, ਘਰ ਬਹਿ ਜਾਂਦੇ ਕਿ ਠੀਕ ਹੈ ਵੀ ਆਪਾਂ ਮੁੱਦਿਆਂ ਦੀ ਜਿਹੜੀ ਗੱਲ ਕਰਨੀ ਆ। ਨਵਜੋਤ ਸਿੱਧੂ ਦਾ ਵੀ ਸੁਭਾਅ ਬਿਲਕੁਲ ਉਹ, ਅੱਜ ਜਿਸ ਤਰੀਕੇ ਨਾਲ ਮੈਂ ਗੱਲ ਕੀਤੀ, ਉਹ ਕਾਰਜਸ਼ੈਲੀ ਉਹਦੀ ਅਲੱਗ ਤਰ੍ਹਾਂ ਦੀ ਹੈ ਕਿ ਜੇ ਤਾਂ ਉਸਨੂੰ ਠੀਕ ਲੱਗਾ ਉਹ ਚੱਲ ਪਏਗਾ, ਜੇ ਗਲਤ ਆ ਤਾਂ ਗਲਤ ਆ, ਜੇ ਠੀਕ ਆ ਤਾਂ ਠੀਕ ਆ। ਉਹਨੇ ਬਲੈਕ ਜਾਂ ਵਾਈਟ ਦੀ ਹੀ ਗੱਲ ਕੀਤੀ, ਕਦੇ ਬਰਾਊਨ ਦੀ ਗੱਲ ਉਸਨੇ ਨਹੀਂ ਕੀਤੀ। ਤਾਂ ਉਹ ਜਿਹੀ ਸਥਿਤੀ ਦੇ ਸੰਬੰਧ ਦੇ ਵਿੱਚ ਹਰੀਸ਼ ਚੌਧਰੀ ਦੀਆਂ ਇਹ ਜਿਹੜੀਆਂ ਧਮਕੀਆਂ ਹੀ ਕਹਿ ਸਕਦੇ ਜਾਂ ਪਾਰਟੀ ਦੇ ਕੁਝ ਨੇਤਾਵਾਂ ਨੂੰ ਖੁਸ਼ ਕਰਨ ਕਰਕੇ, ਕਿਉਂਕਿ ਉਸਦਾ ਹੁਣ ਜਿਹੜਾ ਰੋਲ ਹੈ ਸੁਖਵਿੰਦਰ ਜੀ ਕੁਦਰਤੀ ਤੌਰ ਤੇ ਰਾਜਾ ਵੜਿੰਗ ਤੇ ਹੀ ਉੱਤੇ ਨਿਰਭਰ ਹੈਗਾ, ਤਾਂ ਸੋ ਕਿਸੇ ਵੀ ਸੂਰਤ ਵਿੱਚ ਉਹ ਰਾਜਾ ਵੜਿੰਗ ਨੂੰ ਨਾਰਾਜ਼ ਮੌਜੂਦਾ ਸਮੇਂ ਦੇ ਵਿੱਚ ਨਾਰਾਜ਼ ਨਹੀਂ ਕਰ ਸਕਦਾ। ਬਾਕੀ ਸੁਖਵਿੰਦਰ ਜੀ ਇਹ ਵੀ ਗੱਲ ਦੱਸ ਦਵਾਂ ਕਿ ਜਿਹੜੀ ਇੱਕ ਖਾਸ ਗੱਲ ਆਪਣੇ ਦਰਸ਼ਕਾਂ ਨੂੰ ਦੱਸਣੀ ਬਣਦੀ ਆ, ਜਿਉਂ-ਜਿਉਂ ਨਵਜੋਤ ਸਿੱਧੂ ਦੀ ਰਿਹਾਈ ਦੇ ਦਿਨ ਲਾਗੇ ਆ ਰਹੇ ਨੇ, ਤਿਉਂ ਤੋਂ ਰਾਜਾ ਵੜਿੰਗ ਨੂੰ ਵੀ ਆਪਣੇ ਇਸ ਭਵਿੱਖ ਦੇ ਸੰਬੰਧੀ ਚਿੰਤਾਵਾਂ ਜਿਹੜੀਆਂ ਨੇ ਸਤਾਉਣ ਲੱਗ ਪਈਆਂ ਨੇ। ਤਾਂ ਹੀ ਹਰ ਸਟੇਜ ਤੇ ਜਾ ਕੇ ਉਹਨਾਂ ਦੀ ਬਿਆਨਬਾਜ਼ੀ ਕਈ ਵਾਰੀ ਤਲਖ ਹੁੰਦੀ ਆ, ਕਈ ਵਾਰੀ ਹਾਈਕਮਾਨ ਤੇ ਗੁੱਸਾ ਕੱਢਣ ਦੀ ਹੁੰਦੀ ਆ, ਤੇ ਕਈ ਵਾਰੀ ਮਨਪ੍ਰੀਤ ਸਿੰਘ ਬਾਦਲ ਜਾਂ ਉਹ ਆਪਣੇ ਜਿਹੜੇ ਸਿਆਸੀ ਵਿਰੋਧੀ ਨੇ ਉਹਨਾਂ ਦੇ ਉੱਤੇ, ਉਹਨਾਂ ਦੇ ਵੀ ਅੱਜ ਕੱਲ੍ਹ ਬੋਲ ਜਿਹੜੇ ਨੇ ਉਹਨੇ ਪੂਰਨ ਤੌਰ ਤੇ ਸਮਤੋਲ ਨਹੀਂ ਜੇ ਹੁੰਦੇ। ਉਹਨਾਂ ਨੂੰ ਵੀ ਪਤਾ ਲੱਗ ਚੁੱਕਾ ਕਿ ਕੁਝ ਨਾ ਕੁਝ 26 ਜਨਵਰੀ ਤੋਂ ਬਾਅਦ ਜ਼ਰੂਰ ਕਾਂਗਰਸ ਦੇ ਜਿਹੜੇ ਸਮੀਕਰਨ ਨੇ ਜ਼ਰੂਰ ਬਦਲ ਸਕਦੇ ਨੇ। ਕਾਂਗਰਸ ਦੇ ਵਿੱਚ ਜਿਹੜੀ ਬੜੀ ਵਧੀਆ ਗੱਲ ਖੇਮੇ ਦੇ ਕਈ ਨੇ, ਪਰ ਸਿੱਧੂ ਦਾ ਵਿਰੋਧ ਕਰਨ ਲੱਗਿਆ ਖੇਮਾ ਇੱਕ ਬਣ ਜਾਂਦਾ। ਪਰ ਹੁਣ ਇਹ ਵੀ ਗੱਲ ਯਾਦ ਰੱਖਣੀ ਕਿ ਜਿਸ ਤਰੀਕੇ ਨਾਲ ਸਿੱਧੂ ਦਾ ਖੇਮਾ ਵੱਡਾ ਹੋ ਰਿਹਾ, ਕੁਦਰਤੀ ਤੌਰ ਤੇ ਕਾਂਗਰਸ ਨੇ ਜੇ ਪੰਜਾਬ ਦੇ ਵਿੱਚ 2024 ਦੇ ਵਿੱਚ ਕੋਈ ਅਹਿਮ ਭੂਮਿਕਾ ਨਿਭਾਉਣੀ ਆ, ਤਾਂ ਫਿਰ ਹਰੀਸ਼ ਚੌਧਰੀ ਕੇ ਬੰਦਿਆਂ ਦੇ ਸਿਰ ਤੇ ਤਾਂ ਲੜਾਈ ਨਹੀਂ ਜੇ ਲੜੀ ਜਾਣੀ। ਫਿਰ ਸ਼ਾਇਦ ਲੜਾਈ ਜਿਹੜੀ ਆ ਲੜਨ ਵਾਸਤੇ ਜਿਸ ਤਰੀਕੇ ਦੀਆਂ ਚਿੱਠੀਆਂ ਆਈਆਂ ਜਾਂ ਜਿਸ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਦੇਣ ਦੀ ਗੱਲਾਂ ਆਈਆਂ, ਉਹ ਨਵਜੋਤ ਸਿੱਧੂ ਤੇ ਦਾ ਤਾਂ ਲਾਉਣਗੇ, ਦਾ ਪੱਤਾ ਖੇਡ ਸਕਦੇ ਆ। ਜੇ ਹਰੀਸ਼ ਚੌਧਰੀ ਦੇ ਸਿਰ ਤੇ ਖੇਡਣ ਤਾਂ ਫਿਰ ਯਕੀਨਨ ਜਿਹੜਾ ਹਸ਼ਰ ਹੈ ਉਹ 2022 ਵਾਲਾ ਹੀ ਹੋਵੇਗਾ ਜੀ। ਯਾਨੀ ਸਿੱਧੂ ਦੀ ਰਣਨੀਤੀ ਜਿਹੜੀ ਇਹੀ ਹੋਊਗੀ, ਮੁੱਦਿਆਂ ਦੀ ਸਿਆਸਤ ਦੀ ਹੋਊਗੀ, ਔਰ ਗਲਤ ਬੰਦੇ ਦਾ ਸਾਥ ਦੇਣ ਦੀ ਨਾ ਗੱਲ ਹੋਊਗੀ ਵੀ ਗਲਤ ਬੰਦੇ ਦਾ ਸਾਥ ਨਹੀਂ ਦੇਣਾ ਹੈ। ਔਰ ਇਹ ਜਿਹੜੀ ਗੱਲ ਹੈ ਨਵਜੋਤ ਸਿੰਘ ਸਿੱਧੂ ਦੀ, ਜਿਹੜੀ ਪਹਿਲਾਂ ਵੀ ਮਸ਼ਹੂਰ ਰਹੀ ਹੈ ਤੇ ਹੁਣ ਵੀ ਜਿਹੜੀ ਉਸੇ ਤਰੀਕੇ ਦੀ ਰਹੂਗੀ, ਜਿਹੜੀ ਉਹਨਾਂ ਦੀ ਸ਼ਖਸੀਅਤ ਤੋਂ ਜਿਹੜਾ ਇੰਜ ਝਲਕਦਾ ਜਿਹੜਾ ਉਹ ਦਿਖਾਈ ਦੇ ਰਿਹਾ। ਚਲੋ ਆਪਾਂ ਅਗਲੇ ਪਾਸੇ ਦੀ ਗੱਲ ਕਰ ਲੈਂਦੇ ਹਾਂ, ਅਗਲੀ ਖਬਰ ਦੀ ਗੱਲ ਕਰ ਲੈਂਦੇ ਹਾਂ। ਅਣਖੀ ਸਾਹਿਬ, ਅਗਲੀ ਖਬਰ ਭਾਜਪਾ ਦੇ ਨਾਲ ਸੰਬੰਧਿਤ ਆਪਾਂ ਲੈ ਲੈਂਦੇ ਹਾਂ। ਭਾਜਪਾ ਵੀ ਕਹਿੰਦੇ ਪੂਰਨ ਤਰੀਕੇ ਦੇ ਨਾਲ ਤਿਆਰੀ ਦੇ ਵਿੱਚ ਹੈ ਸਿੱਖ ਚਿਹਰਿਆਂ ਦੀ ਸਿਆਸਤ ਕਰਨ ਦੇ ਲਈ, ਸਿੱਖਾਂ ਨੂੰ ਭਰਮਾਉਣ ਦੇ ਲਈ ਪੰਜਾਬ ਦੇ ਅੰਦਰ ਪੂਰਨ ਤਰੀਕੇ ਦੇ ਨਾਲ ਜਿਹੜੀ ਉਹ ਕਹਿੰਦੇ ਸਰਗਰਮ ਹੋ ਗਈ ਹੈ। ਕੀ ਰਣਨੀਤੀ ਬਣਾਈ ਹੈ ਉਹਨਾਂ ਨੇ ਭਾਜਪਾ ਨੇ 2024 ਦੇ? ਸੁਖਵਿੰਦਰ ਜੀ, ਬਿਲਕੁਲ ਭਾਜਪਾ ਦੀ ਉਹੀ ਰਣਨੀਤੀ ਪੰਜਾਬ ਵਿੱਚ ਅਪਣਾਈ ਜਾ ਰਹੀ ਹੈ ਜਿਹੋ ਜਿਹੀ ਰਣਨੀਤੀ ਉਹਨਾਂ ਨੇ ਪੱਛਮੀ ਬੰਗਾਲ 'ਚ ਅਪਣਾਈ ਸੀ। ਪੱਛਮੀ ਬੰਗਾਲ 'ਚ ਵੀ ਉਹਨਾਂ ਨੇ ਉੱਥੋਂ ਦੇ ਹੀ ਲੀਡਰਾਂ ਨੂੰ ਖੁੜ ਕੇ, ਜਿਹੜੇ ਉੱਥੋਂ ਦੇ ਹੀ ਜਿਹੜੇ ਤਕਰੀਬਨ ਕਾਂਗਰਸ ਦੇ ਸੀ ਉਹਨਾਂ ਨੂੰ ਹੀ ਖੜਿਆਂ ਕੀਤਾ। ਤਾਂ ਉਹੋ ਜਿਹੀ ਜਿਹੜੀ ਸਥਿਤੀ ਆ ਪੰਜਾਬ ਦੇ ਵਿੱਚ ਹੀ ਉਸੇ ਲੀਡਰਸ਼ਿਪ ਨੂੰ ਜਿਹੜੀ ਰਵਾਇਤੀ ਕਹਿ ਸਕਦੇ ਕਿ ਰਵਾਇਤੀ ਪਾਰਟੀਆਂ 'ਚ ਟੁੱਟ ਕੇ ਭਾਜਪਾ 'ਚ ਸ਼ਾਮਲ ਹੋਏ ਨੇ, ਖਾਸ ਤੌਰ ਤੇ ਉਹ ਸਿੱਖ ਚਿਹਰੇ ਜਿਨ੍ਹਾਂ ਦਾ ਆਪੋ ਆਪਣੇ ਖੇਤਰਾਂ ਦੇ ਵਿੱਚ ਕੋਈ ਨਾ ਕੋਈ ਆਧਾਰ ਹੈਗਾ ਜਾਂ ਕੋਈ ਨਾ ਕੋਈ ਅਸੀਂ ਕਹਿ ਸਕਦੇ ਕਿ ਸਥਿਤੀ ਮਜ਼ਬੂਤ ਆ, ਉਹਨਾਂ ਬੰਦਿਆਂ ਨੂੰ ਹੀ ਭਾਜਪਾ ਨੇ ਜਿਹੜੇ ਸਿੱਖ ਚਿਹਰੇ ਸੀ ਉਹ ਜਿਹੜੇ ਵੱਖ-ਵੱਖ ਪਾਰਟੀਆਂ ਦੇ ਸੀ ਉਹਨਾਂ ਨੂੰ ਹੀ ਭਾਜਪਾ ਵਿੱਚ ਸ਼ਾਮਲ ਕਰਕੇ ਉਹਨਾਂ ਪਾਰਟੀਆਂ ਦੇ ਵਿਰੁੱਧ ਹੀ ਖੜਾ ਕਰ ਦਿੱਤਾ। ਤੇ ਇਸ ਮੁੱਦੇ ਤੇ ਸੁਖਵਿੰਦਰ ਜੀ ਉਹਨਾਂ ਨੇ RSS ਦੇ ਦਿਸ਼ਾ ਨਿਰਦੇਸ਼ਾਂ ਦੀ ਵੀ ਪਰਵਾਹ ਜਿਹੜੀ ਆ ਭਾਜਪਾ ਦੀ ਕੌਮੀ ਕਮੇਟੀ ਨੇ ਇਹਦੀ RSS ਦੇ ਨਿਰਦੇਸ਼ਾਂ ਦੀ ਵੀ ਪਰਵਾਹ ਜਿਹੜੀ ਆ ਉਹ ਨਹੀਂ ਕੀਤੀ, ਕਿਉਂਕਿ 2022 ਦੀਆਂ ਚੋਣਾਂ ਦੇ ਵਿੱਚ ਭਾਜਪਾ ਜੀ ਸ਼ਾਇਦ ਉਸ ਤਰੀਕੇ ਨਾਲ ਖੁੱਲ੍ਹ ਕੇ ਖੇਡ ਨਹੀਂ ਸੀ ਸਕੀ, ਪਰ ਉਹਨਾਂ ਨੇ ਯਤਨ ਜਿਹੜਾ ਜ਼ਰੂਰ ਕੀਤਾ। ਪਰ ਹੁਣ 2024 ਦੀਆਂ ਜਿਹੜੀਆਂ ਚੋਣਾਂ ਨੇ ਉਹਨਾਂ ਵਾਸਤੇ ਬਹੁਤ ਮਹੱਤਵਪੂਰਨ ਨੇ, ਤਾਂ ਇਹਨਾਂ ਦੇ ਵਿੱਚ ਉਹਨਾਂ ਨੇ ਆਪਣੇ ਪਰ ਜਿਹੜੇ ਆ ਉਹ ਜ਼ਰੂਰ ਤੋਲਣੇ ਨੇ। ਖਾਸ ਤੌਰ ਤੇ ਸਿੱਖ ਚਿਹਰੇ, ਜਿਹੜੇ ਸਿੱਖ ਚਿਹਰਿਆਂ ਦਾ ਆਪੋ ਆਪਣੇ ਖੇਤਰਾਂ ਦੇ ਵਿੱਚ ਆਧਾਰ ਹੈਗਾ। ਮੰਨ ਲਓ ਕਿ ਕੈਪਟਨ ਅਮਰਿੰਦਰ ਸਿੰਘ ਵਰਗਾ ਬੰਦਾ ਸਿੱਖ ਚਿਹਰਾ, ਜਿਹੜਾ ਪ੍ਰੋਫਾਈਲ ਇੰਨਾ ਤਕੜਾ, ਸੁਨੀਲ ਜਾਖੜ ਹਿੰਦੂ ਲੀਡਰ ਹੈ, ਇਕਬਾਲ ਸਿੰਘ ਲਾਲਪੁਰਾ, ਮਨਜਿੰਦਰ ਸਿੰਘ ਸਰਸਾ, ਹੋਰ ਇਹੋ ਜਿਹੇ ਕਈ ਬੰਦੇ ਜਿਹੜੇ ਨੇ, ਜਿਹੜੇ ਫਤਿਹਜੰਗ ਸਿੰਘ ਬਾਜਵਾ ਜਿਹੜੇ ਸਾਬਕਾ ਵਿਧਾਇਕ ਰਹੇ ਨੇ, ਰਾਣਾ ਸੋਢੀ ਦੀ ਗੱਲ ਤੁਸੀਂ ਗੁਰਬੀਰ ਸਿੰਘ ਸੋਢੀ ਦੀ ਗੱਲ ਕਰ ਲਓ, ਇਹੋ ਜਿਹੇ ਬੰਦਿਆਂ ਨੂੰ ਸ਼ਾਮਲ ਕਰਕੇ ਭਾਜਪਾ ਨੇ ਪੰਜਾਬ ਦੇ ਵਿੱਚ ਹੀ ਭਾਜਪਾ ਦਾ ਇੱਕ ਅਜਿਹਾ ਕੇਡਰ ਜਿਹੜਾ ਤਿਆਰ ਕਰ ਦਿੱਤਾ ਜਿਹੜਾ ਸਿੱਖ ਵੋਟਰਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰੇਗਾ, ਸਿੱਖ ਵੋਟਰਾਂ ਨੂੰ ਆਪਣੇ ਵੱਲ ਖਿੱਚੇਗਾ। ਔਰ ਸੁਖਵਿੰਦਰ ਜੀ, ਸਭ ਤੋਂ ਜਿਹੜਾ ਮਹੱਤਵਪੂਰਨ ਭਾਜਪਾ ਦਾ ਅਸੀਂ ਕਹਿ ਸਕਦੇ ਕਿ ਅਹਿਮ ਕੰਮ ਰਿਹਾ ਸਿੱਖ ਵੋਟਾਂ ਨੂੰ ਜੋੜਨ ਨੂੰ, ਉਹ ਸੀ ਕੱਲ ਦਾ ਜਿਹੜਾ ਕੱਲ ਉਹਨਾਂ ਨੇ ਮਨਾਇਆ ਪ੍ਰੋਗਰਾਮ ਸਾਹਿਬਜ਼ਾਦਿਆਂ ਦਾ ਵੀਰ ਬਾਲ ਦਿਵਸ ਦਾ। ਉਹਦੇ ਵਿੱਚ ਜਿਸ ਤਰੀਕੇ ਦਾ ਸੁਖਵਿੰਦਰ ਜੀ ਬੀਤੇ 17 ਸਾਲਾਂ ਦੇ ਵਿੱਚ ਪਹਿਲੀ ਵਾਰੀ
ਕਿਸੇ ਕੌਮੀ ਪੱਧਰ ਤੇ ਕਿਸੇ ਕੌਮੀ ਕੇਂਦਰ ਦੀ ਸਰਕਾਰ ਨੇ ਅਜਿਹਾ ਪ੍ਰੋਗਰਾਮ ਲਿਖਿਆ, ਜਦੋਂ ਕਿ ਕੇਂਦਰ ਦੇ ਵਿੱਚ ਕਾਂਗਰਸ ਦੀਆਂ ਸਰਕਾਰਾਂ ਵੀ ਰਹੀਆਂ, ਤੀਜੇ ਫਰੰਟ ਦੀਆਂ ਸਰਕਾਰਾਂ ਵੀ ਰਹੀਆਂ, ਕਦੇ ਵੀ ਕਿਸੇ ਨੇ ਇਸ ਮੁੱਦੇ ਤੇ ਜਾਂ ਇਹੋ ਜਿਹੇ ਤਿਉਹਾਰ ਨੂੰ ਜਾਂ ਸਾਹਿਬਜ਼ਾਦੇ ਦੇ ਸ਼ਹੀਦੀ ਸਮਾਗਮ ਨੂੰ ਇਸ ਤਰੀਕੇ ਨਾਲ ਯਾਦ ਨਹੀਂ ਕੀਤਾ। ਤੇ ਸ਼ਾਇਦ ਉਹਨਾਂ ਦੇ ਇਸ ਯਾਦ ਕਰਨ ਨੂੰ ਲੈ ਕੇ ਹੀ ਅਕਾਲੀ ਦਲ ਦੇ ਵਿੱਚ ਇੱਕ ਘਬਰਾਹਟ ਦੀ ਸਥਿਤੀ ਆ। ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਪ੍ਰਧਾਨ ਹਰਚਰਨ ਸਿੰਘ ਧਾਮੀ ਨੇ ਇਹਦੇ ਸੰਬੰਧੀ ਇਤਰਾਜ਼ ਪ੍ਰਗਟ ਕੀਤਾ, ਤੇ ਸੁਖਵਿੰਦਰ ਜੀ ਉਹਨਾਂ ਦੇ ਇਤਰਾਜ਼ ਪ੍ਰਗਟ ਕਰਨ ਦੇ ਅਜੇ 10 ਘੰਟੇ ਵੀ ਨਹੀਂ ਸਨ ਬੀਤੇ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਉਹਨਾਂ ਦਾ ਟਵੀਟ ਵੀ ਜਿਹੜਾ ਉਹ ਸਾਹਮਣੇ ਆ ਗਿਆ, ਤੇ ਸਿੱਧਾ ਹੀ ਉਹਨਾਂ ਨੇ ਇਲਜ਼ਾਮ ਇਹ ਲਾਤਾ ਕਿ ਸਿੱਖ ਜਗਤ ਨੂੰ ਕੇਂਦਰ ਦੀਆਂ ਚਾਲਾਂ ਤੋਂ ਸੁਚੇਤ ਰਹਿਣ ਦੀ ਲੋੜ ਆ। ਹੁਣ ਸੁਖਵਿੰਦਰ ਜੀ, ਇੱਕ ਬੜਾ ਮਹੱਤਵਪੂਰਨ ਪ੍ਰਸ਼ਨ ਆ ਕਿ ਜੇਕਰ ਕੇਂਦਰ ਦੀ ਭਾਜਪਾ ਸਰਕਾਰ ਇਹ ਸਮਾਗਮ ਜਿਹੜਾ ਰਚ ਰਹੀ ਆ, ਤਾਂ ਇਹਦੇ ਵਿੱਚ ਹੁਣ ਸਾਜ਼ਿਸ਼ ਕਿਹੜੀ ਹੋ ਸਕਦੀ? ਸਾਜ਼ਿਸ਼ ਤਾਂ ਤੁਹਾਨੂੰ ਲੱਗੇਗੀ, ਰਵਾਇਤੀ ਪਾਰਟੀਆਂ ਨੂੰ ਲੱਗ ਸਕਦੀ ਆ, ਜਿਹੜੀਆਂ ਪਾਰਟੀਆਂ ਨੇ ਰਾਜਨੀਤੀ ਕਰਨੀ ਹੈ, ਪਰ ਆਮ ਬੰਦੇ ਵਾਸਤੇ ਸੁਖਵਿੰਦਰ ਜੀ ਇਹ ਇੱਕ ਸ਼ਰਧਾ ਦਾ ਕੰਮ ਆ, ਲੋਕ ਜ਼ਰੂਰ ਖਿੱਚੇ ਜਾਣਗੇ। ਤੇ ਜੇ ਵਾਕਈ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਲੱਗਦਾ ਕਿ ਅਜਿਹੀਆਂ ਸਥਿਤੀਆਂ ਕਰਕੇ ਜਿਹੜਾ ਕੇਂਦਰ ਆ ਉਹ ਸਿੱਖਾਂ ਨੂੰ ਸਾਜ਼ਿਸ਼ੀ ਮਾਹੌਲ ਦੇ ਰਿਹਾ ਤੇ ਸਿੱਖਾਂ ਨੂੰ ਬਚਣਾ ਚਾਹੀਦਾ, ਫਿਰ ਸ਼੍ਰੋਮਣੀ ਅਕਾਲੀ ਦਲ ਇਹੋ ਜਿਹਾ ਕੋਈ ਕੰਮ ਕਰ ਲੈਂਦਾ। ਸ਼੍ਰੋਮਣੀ ਅਕਾਲੀ ਦਲ ਨੇ ਦੱਸੋ ਕਿ ਇਸ ਪੱਧਰ ਤੇ ਕਿਹੜੇ ਪ੍ਰੋਗਰਾਮ ਕੀਤੇ? ਉਹ ਤਾਂ ਹਮੇਸ਼ਾ ਹਰ ਪ੍ਰੋਗਰਾਮ ਦੇ ਵਿੱਚ ਸਿਰਫ ਉਸ ਤੇ ਜਿੱਥੇ ਬਾਦਲ ਪਰਿਵਾਰ ਦੀ ਪਹੁੰਚ ਹੁੰਦੀ ਉੱਥੇ ਸਭ ਕੁਝ ਠੀਕ ਸੀ। ਤੇ ਸੁਖਵਿੰਦਰ ਜੀ, ਜੇਕਰ ਮੰਨ ਲਓ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਹੋਇਆ ਹੁੰਦਾ, ਚੱਲਦਾ ਹੁੰਦਾ, ਤੇ ਇਹੋ ਸੁਖਬੀਰ ਸਿੰਘ ਬਾਦਲ ਨੇ ਜਿਹੜੇ ਸੋਹਲੇ ਗਾਉਂਦਿਆਂ ਨਰਿੰਦਰ ਮੋਦੀ ਦੇ ਥੱਕਣਾ ਨਹੀਂ ਸੀ, ਅਮਿਤ ਸ਼ਾਹ ਹੋਣਾ ਦੇ ਸੋਹਲੇ ਗਾਉਂਦੇ ਥੱਕਣਾ ਸੀ, ਇਹਦਾ ਕ੍ਰੈਡਿਟ ਵੀ ਉਹਨਾਂ ਨੇ ਆਪ ਲੈਣ ਦਾ ਯਤਨ ਕਰਦਾ ਸੀ। ਤੇ ਸ਼ਾਇਦ ਭਾਜਪਾ ਹੁਣ ਇਹ ਗੱਲ ਸਮਝ ਚੁੱਕੀ ਆ ਕਿ ਇਹ ਕ੍ਰੈਡਿਟ ਵਾਰ ਦੀ ਜੰਗ ਦੇ ਵਿੱਚ ਕਿਸ ਤਰੀਕੇ ਨਾਲ ਬੀਤੇ ਦੌਰਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਭਾਜਪਾ ਨੂੰ ਠਿੱਬੀ ਲਾਉਂਦਾ ਰਿਹਾ, ਤੇ ਉਸੇ ਠਿੱਬੀ ਦਾ ਜਵਾਬ ਦੇਣ ਵਾਸਤੇ ਕੇਂਦਰ ਸਰਕਾਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਐਸਜੀਪੀਸੀ ਦੇ ਇਸ ਜਿਹੜਾ ਉਹਨਾਂ ਨੇ ਇਤਰਾਜ਼ ਪ੍ਰਗਟ ਕੀਤਾ, ਬਿਲਕੁਲ ਨਜ਼ਰ ਅੰਦਾਜ਼ ਕਰਦਿਆਂ ਆਪਣਾ ਪ੍ਰੋਗਰਾਮ ਪੂਰਨ ਤੌਰ ਤੇ ਸੰਸਾਰ ਪੱਧਰ ਤੇ ਜਿਹੜਾ ਬਣਾਇਆ, ਦੇਸ਼ ਦੇ ਵਿੱਚ ਕੌਮਾਂਤਰੀ ਪੱਧਰ ਤੇ ਕੌਮੀ ਪੱਧਰ ਤੇ ਬਣਾਇਆ। ਤਾਂ ਸੁਖਵਿੰਦਰ ਜੀ, ਇਸ ਤੋਂ ਵੱਡੀ ਹੋਰ ਕੀ ਹੋ ਸਕਦਾ ਕਿ ਸਿੱਖ ਜਗਤ ਕੱਲ ਦਾ ਜਿਸ ਤਰੀਕੇ ਨਾਲ ਪ੍ਰਭਾਵਿਤ ਹੋਇਆ ਨਰਿੰਦਰ ਮੋਦੀ ਦੇ ਇਸ ਕਾਰਜ ਤੋਂ? ਸੁਖਵਿੰਦਰ ਜੀ, ਠੀਕ ਆ, ਲੋਕਾਂ ਨੇ ਵੋਟਾਂ ਪਾਉਣੀਆਂ ਨੇ, ਲੋਕਾਂ ਨੇ ਵੋਟਾਂ ਉਹਨਾਂ ਨੂੰ ਪਾਉਣੀਆਂ ਨੇ ਕਿ ਜਿਹੜੀ ਇੱਕ ਮਜ਼ਬੂਤ ਸਰਕਾਰ ਦੇ ਸਕੇ, ਇੱਕ ਪੰਜਾਬ ਦੇ ਵਿਕਾਸ ਦੀ ਗੱਲ ਕਰੇ ਜਾਂ ਹਰ ਪੱਖ ਤੋਂ ਗੱਲ ਕਰੇ। ਲੋਕਾਂ ਨੇ ਕਾਂਗਰਸ ਨੂੰ ਵੀ ਵੇਖ ਲਿਆ, ਲੋਕਾਂ ਨੇ ਅਕਾਲੀਆਂ ਨੂੰ ਵੀ ਵੇਖ ਲਿਆ, ਤੇ ਲੋਕਾਂ ਨੇ ਆ ਜਿਹੜੇ ਨਵੇਂ ਆਏ ਨੇ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਵੇਖ ਲਿਆ। ਇਹ 9 ਮਹੀਨਿਆਂ ਵਿੱਚ ਇਹਨਾਂ ਦੀ ਵੀ ਹਵਾ ਜਿਹੜੀ ਆ ਨਿਕਲ ਗਈ, ਕਿਉਂਕਿ ਲੋਕਾਂ ਨੇ ਜਿਸ ਤਰੀਕੇ ਨਾਲ ਇਹਨਾਂ ਨੂੰ ਲਿਆਂਦਾ ਸੀ ਜਾਂ ਜਿਸ ਤਰੀਕੇ ਨਾਲ ਸੋਚਿਆ ਸੀ, ਲੋਕਾਂ ਦੀਆਂ ਆਸਾਵਾਂ ਤੇ ਪੂਰਨ ਤੌਰ ਤੇ ਇਹ ਵੀ ਫਿੱਟ ਨਹੀਂ ਜੇ ਬੈਠੇ। ਇਹ ਪਹਿਲਾਂ ਹੀ ਝੁੱਗਾ ਜਿਹੜਾ ਇਹਨਾਂ ਦਾ ਚੌੜ ਹੋ ਗਿਆ। ਤਾਂ ਲੋਕ ਜਦੋਂ ਗੱਲ ਕਰਦੇ ਆ, ਲੋਕ ਯੋਗੀ ਦੀ ਗੱਲ ਕਰਦੇ ਆ ਕਿ ਵੇਖੋ ਉੱਤਰ ਪ੍ਰਦੇਸ਼ ਲਾ ਆਰਡਰ ਕਿਵੇਂ, ਲੋਕ ਹਰਿਆਣੇ ਦੀ ਗੱਲ ਕਰਦੇ ਆ ਕਿਉਂਕਿ ਉੱਥੇ ਵੀ ਭਾਜਪਾ ਦੀ ਸਰਕਾਰ ਆ, ਕੇਂਦਰ ਦੇ ਵਿੱਚ ਵੀ ਭਾਜਪਾ ਦੀ ਸਰਕਾਰ ਆ। ਤਾਂ ਅਜਿਹੀਆਂ ਸਥਿਤੀਆਂ ਦੇ ਵਿੱਚ ਹੁਣ ਭਾਜਪਾ ਵੀ ਆਫਟਰ ਉਹ ਰਣਨੀਤੀ ਕਰਨੀ, ਰਾਜਨੀਤੀ ਕਰਨਾ ਹੀ ਆ, ਉਹ ਵੀ ਸਿਆਸੀ ਪਾਰਟੀ ਆ। ਜੇਕਰ ਸ਼੍ਰੋਮਣੀ ਅਕਾਲੀ ਦਲ ਨੂੰ ਖਤਰਾ ਕਿ ਸਾਡੀ ਸਰਕਾਰ ਨਹੀਂ ਬਣਨੀ ਜਾਂ ਅਸੀਂ ਪੰਜਾਬ ਦੇ ਵਿੱਚ ਕੁਝ ਨਹੀਂ ਕਰ ਸਕਦੇ, ਤਾਂ ਕੁਦਰਤੀ ਤੌਰ ਤੇ ਭਾਜਪਾ ਵੀ ਰਾਜਨੀਤੀ ਕਰਦੀ ਆ, ਉਹਨੇ ਵੀ ਪੰਜਾਬ ਦੇ ਵਿੱਚ ਸੀਟਾਂ ਲੈਣੀਆਂ ਨੇ। ਤਾਂ ਠੀਕ ਆ, ਉਹ ਸਿੱਖ ਚਿਹਰਿਆਂ ਨੂੰ ਅੱਗੇ ਲਿਆ ਕੇ ਜੇਕਰ ਆਪਣੀ ਵੋਟਾਂ ਦੀ ਰਾਜਨੀਤੀ ਕਰਦੀ ਪਈ ਹੈ ਤਾਂ ਠੀਕ ਆ, ਉਸ ਨੂੰ ਕਰਨ ਦਾ ਅਧਿਕਾਰ ਆ, ਬਾਕੀ ਪਾਰਟੀਆਂ ਵੀ ਤਾਂ ਕਰਦੀਆਂ ਹੀ ਆ। ਸੋ ਅਜਿਹੇ ਸੰਬੰਧ ਦੇ ਵਿੱਚ ਲੋਕਾਂ ਦੀਆਂ ਭਾਵਨਾਵਾਂ ਨੂੰ ਵਰਤਣ ਤੋਂ ਗੁਰੇਜ਼ ਜਿਹੜਾ ਉਹ ਖਾਸ ਤੌਰ ਤੇ ਕਰਨਾ ਚਾਹੀਦਾ ਕਿ ਠੀਕ ਹੈ, ਤਿਉਹਾਰ ਇਹੋ ਜਿਹੇ ਜਿਹੜੇ ਮਨਾਉਣੇ ਨੇ ਉਹ ਮਨਾਏ ਜਾਣੇ ਚਾਹੀਦੇ। ਇਹਨਾਂ ਦੇ ਉੱਤੇ ਬਿਨਾਂ ਗੱਲ ਦਾ ਪ੍ਰਤੀਕਰਮ ਜਿਸ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ ਨੇ ਕੱਲ੍ਹ ਦਿੱਤਾ, ਮੇਰਾ ਨਹੀਂ ਖਿਆਲ ਕਿਸੇ ਪੱਖ ਤੋਂ ਵਾਜਬ ਸੀ। ਉਹਨਾਂ ਨੂੰ ਡਰ ਇਹੋ ਹੀ ਆ ਕਿ ਭਾਜਪਾ ਸਿੱਖ ਮਸਲਿਆਂ ਨੂੰ ਪੂਰਨ ਤੌਰ ਤੇ ਹੱਲ ਕਰਦੀ ਪਈ ਆ। ਤੇ ਠੀਕ ਆ ਸੁਖਵਿੰਦਰ ਜੀ, ਉਹਨਾਂ ਨੇ ਵੀ ਰਾਜਨੀਤੀ ਕਰਨੀ ਆ। ਹੁਣ ਜਿਸ ਤਰੀਕੇ ਨਾਲ ਮੈਂ ਚਿਹਰੇ ਗਿਣਾਏ ਨੇ, ਕੁਦਰਤੀ ਤੌਰ ਤੇ ਜੇਕਰ ਭਾਜਪਾ ਇਹਨਾਂ ਚਿਹਰਿਆਂ ਦੇ ਉੱਤੇ 2024 ਦੀਆਂ ਚੋਣਾਂ ਦੇ ਵਿੱਚ ਦਾਅ ਖੇਡਦੀ ਆ ਤਾਂ ਪੰਜਾਬ ਦੇ ਸਿਆਸੀ ਸਮੀਕਰਨ ਤਾਂ ਸੁਖਵਿੰਦਰ ਜੀ ਬਦਲਣਗੇ। ਖਾਸ ਤੌਰ ਤੇ ਖੋਰਾ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਲੱਗ ਰਿਹਾ, ਜਿਸ ਦਾ ਸਿੱਖ ਵੋਟ ਬੈਂਕ ਇਹੋ ਜਿਹੀਆਂ ਚੀਜ਼ਾਂ ਤੋਂ ਪ੍ਰਭਾਵਿਤ ਹੋ ਕੇ ਕੁਦਰਤੀ ਤੌਰ ਤੇ ਭਾਜਪਾ ਵੱਲ ਪਰਿਵਰਤਨ ਜ਼ਰੂਰ ਹੋਵੇਗਾ ਤੇ ਹੋਣਾ ਵੀ ਚਾਹੀਦਾ। ਕਿਉਂਕਿ ਬੀਤੇ ਇਤਿਹਾਸ ਤੁਸੀਂ ਵੇਖ ਲਓ ਕਿ ਖਾਸ ਤੌਰ ਤੇ ਜਦੋਂ ਸੁਖਬੀਰ ਸਿੰਘ ਬਾਦਲ ਦਾ ਕਾਰਜਕਾਲ ਰਿਹਾ 10-15 ਸਾਲਾਂ ਦੇ ਵਿੱਚ ਉਹਨੇ ਪੰਥਕ ਮੁੱਦੇ ਹੱਲ ਨਹੀਂ ਹੋਏ ਜਿੰਨੇ ਪੰਥਕ ਝਗੜੇ ਜਿਹੜੇ ਨੇ ਪੈਦਾ ਹੋਏ ਨੇ। ਸੋ ਇਹਦੇ ਅਨੁਸਾਰ ਤਾਂ ਕੁਦਰਤੀ ਤੌਰ ਤੇ ਭਾਜਪਾ ਦੀ ਰਣਨੀਤੀ ਜਿਹੋ ਜਿਹੀ ਮਰਜ਼ੀ ਹੋਵੇ, ਪਰ ਭਾਜਪਾ ਵੀ ਰਾਜਨੀਤੀ ਕਰ ਰਹੀ ਆ। ਬਾਕੀ ਪਾਰਟੀਆਂ ਨੂੰ ਸਿੱਖ ਚਿਹਰਿਆਂ ਨੂੰ ਅੱਗੇ ਲਿਆ ਕੇ ਉਹਨਾਂ ਦਾ ਟਾਰਗੇਟ ਵੀ 2024 ਦੀਆਂ ਚੋਣਾਂ ਹਨ ਜੀ। ਬਿਲਕੁਲ ਅੰਕ ਸਾਹਿਬ, ਇੱਕ ਜਿਹੜੀ ਅਗਲੀ ਖਬਰ ਦੀ ਆਪਾਂ ਗੱਲ ਕਰਨੀ ਹੈ ਉਹ ਬੜੀ ਅਹਿਮ ਹੈ। ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕਿ ਐਨਆਰਆਈ ਲੋਕਾਂ ਦੀਆਂ ਪੀੜਤਾਂ ਦੀ ਜਿਹੜੇ ਹੈਗੇ ਆ, ਉਹ ਐਨਆਰਆਈ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਦੇ ਲਈ ਇੱਕ ਪ੍ਰੋਗਰਾਮ ਐਨਆਰਆਈ ਸੰਮੇਲਨ ਟਾਈਪ ਜਿਹੜਾ ਉਹ ਕਰਵਾ ਰਹੀ ਹੈ। ਉੱਥੇ ਜਿਹੜੇ ਸੁਣ ਰਹੇ ਆ ਸ਼ਿਕਾਇਤਾਂ, ਹਾਲਾਂਕਿ ਪਿਛਲੇ ਦਿਨੀ ਪੋਲ ਵੀ ਖੁੱਲੀ, ਆਪਣੇ ਹੀ ਕੁਝ ਬੰਦਿਆਂ ਦੇ ਖਿਲਾਫ ਜਿਹੜੀਆਂ ਸ਼ਿਕਾਇਤਾਂ ਭਾਜਪਾ ਦੇ ਕੋਲੇ ਪਹੁੰਚ ਗਈਆਂ, ਮਾਫ ਕਰਨਾ ਆਮ ਆਦਮੀ ਪਾਰਟੀ ਦੇ ਕੋਲੇ, ਮੰਤਰੀ ਦੇ ਕੋਲ, ਕੁਲਦੀਪ ਧਾਲੀਵਾਲ ਦੇ ਕੋਲ ਪਹੁੰਚ ਗਈਆਂ, ਚਾਹੇ ਉਹ ਭਗਵੰਤ ਮਾਨ ਦੇ ਹੀ ਕਰੀਬੀ ਇੱਕ ਅਹੁਦੇਦਾਰ ਹੋਵੇ ਜਾਂ ਕੁਝ ਹੋਰ।
ਉਹਨਾਂ ਦੀਆਂ ਸ਼ਿਕਾਇਤਾਂ ਉੱਥੇ ਪਹੁੰਚ ਗਈਆਂ, ਜਿੱਥੇ ਪੋਲਾਂ ਖੁੱਲੀਆਂ ਉੱਥੇ ਕਹਿੰਦੇ ਪੋਲ ਹੁਣ ਇਹ ਵੀ ਖੁੱਲ ਗਈ ਆ। ਕਹਿੰਦੇ ਸਰਕਾਰ ਆਪਦੇ ਨੰਬਰ ਜ਼ਰੂਰ ਬਣਾਈ ਜਾਂਦੀ ਹੈ ਇਸ ਪ੍ਰੋਗਰਾਮ ਦੇ ਨਾਲ, ਪਰ ਇਸ ਪ੍ਰੋਗਰਾਮ ਦੇ ਵਿੱਚ ਖਰਚੇ ਖੁਰਚੇ ਆ ਜਿਹੜੇ ਉਹ ਇਹਨਾਂ ਦੇ ਆਪਦੇ ਨਹੀਂ, ਸਗੋਂ ਦੀ ਉਹ NRI ਲੋਕ ਹੀ ਕਰਵਾ ਰਹੇ ਆ। ਅੰਕ ਸਾਹਿਬ ਇਹ ਫਿਰ ਉੱਥੇ ਕੁਰਸੀਆਂ ਲਾ ਕੇ ਚਲੋ ਥੋੜਾ ਬਹੁਤਾ ਮਸਲੇ ਹੱਲ ਜ਼ਰੂਰ ਕਰ ਰਹੇ ਆ, ਤਾਂ ਫਿਰ ਇਹ ਪ੍ਰੋਗਰਾਮ ਕਰਵਾਉਣ ਦੇ ਜਿਹੜੇ ਇਸ਼ਤਿਹਾਰ ਆ ਜਾਂ ਫਿਰ ਇਹ ਮਸ਼ਹੂਰੀਆਂ ਨੇ, ਇਹ ਫਿਰ ਆਪਾਂ ਕਹਿ ਦਈਏ ਕਿ ਇਹ ਲੋਕਾਂ ਦੇ ਪੈਸੇ ਤੇ ਉਹ ਜਿਵੇਂ ਕਹਿੰਦੇ ਹੁੰਦੇ ਮਾਲਕਾਂ ਦਾ, ਮਸ਼ਹੂਰੀ ਕੰਪਨੀ ਦੀ। ਇਹ ਫਿਰ ਇਹ ਚੱਕਰ ਕੀ ਪਿਆ, ਇਹ ਜਾਣ ਬੁੱਝ ਕੇ ਫਿਰ ਆਪਦੀਆਂ ਮਸ਼ਹੂਰੀਆਂ ਕਰੀ ਜਾ ਰਹੇ ਆ, ਪੈਸਾ ਜਿਹੜਾ ਉਹ ਲੋਕਾਂ ਦਾ। ਸੁਖਵਿੰਦਰ ਜੀ, NRI ਸਭਾ ਇੱਕ ਜਲੰਧਰ ਦੀ ਸਭਾ ਹੈਗੀ ਆ ਤੇ ਉਸ ਤੇ 23,000 ਮੈਂਬਰ ਨੇ। ਜਿਹੜੀ ਉਹ NRI ਸਭਾ ਆ ਉਸਦਾ ਮੁੱਖ ਪਰਪਸ ਹੁੰਦਾ ਕਿ ਵਿਦੇਸ਼ਾਂ ਵਿੱਚ ਬੈਠੇ ਜਿਹੜੇ ਪੰਜਾਬੀ ਨੇ ਉਹਨਾਂ ਪੰਜਾਬੀਆਂ ਦਾ ਰਾਬਤਾ ਜਿਹੜਾ ਆ ਪੰਜਾਬ ਸਰਕਾਰ ਦੇ ਨਾਲ ਕਰਵਾ ਕੇ ਪ੍ਰਵਾਸੀ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕੀਤਾ ਜਾਂਦਾ ਰਹੇ। ਤੇ ਉਸ ਸਭਾ ਦਾ ਜਿਹੜਾ ਪੈਟਰਨ ਚੀਫ ਆ ਉਹ ਪੰਜਾਬ ਦੇ ਮੁੱਖ ਮੰਤਰੀ ਹੁੰਦੇ ਨੇ। ਮੈਨੂੰ ਯਾਦ ਆ ਸੁਖਵਿੰਦਰ ਜੀ, ਇੱਕ ਵਾਰੀ ਸਭ ਤੋਂ ਪਹਿਲਾਂ ਜਿਹੜਾ NRI ਸੰਮੇਲਨ ਜਿਹੜਾ ਹੋਇਆ ਸੀ ਜਲੰਧਰ 'ਚ ਹੋਇਆ ਸੀ, ਪ੍ਰਕਾਸ਼ ਸਿੰਘ ਬਾਦਲ ਹੋਣਾ ਨੇ ਉਹ ਸੰਬੋਧਨ ਕੀਤਾ ਤਾਂ ਉਹਦੇ ਵਿੱਚ ਬਿਕਰਮ ਸਿੰਘ ਮਜੀਠੀ ਦੀ ਜਿਸ ਤਰੀਕੇ ਨਾਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣਾ ਨੇ ਲਾਈ ਸੀ ਉਹ ਵੀ ਸਾਰੀ ਦੁਨੀਆ ਜਾਣਦੀ ਕੈਮਰੇ ਦੇ ਉੱਤੇ। ਚਲੋ ਉਹ ਸਮਾਗਮ ਉੱਥੋਂ ਸ਼ੁਰੂਆਤ ਹੋਈ ਸੀ NRI ਸੰਮੇਲਨ ਦੀ, ਤੇ ਕਰਾਉਂਦੇ ਆਯੋਜਿਤ ਜਿਹੜੀ ਆ ਉਹੋ ਹੀ ਕਰਦੀ ਹੈ ਜਿਹੜੀ ਆਪਣੇ ਸਭਾ ਜਿਹੜੀ ਜਲੰਧਰ ਵਾਲੀ ਹੈ, NRI ਸਭਾ ਜਲੰਧਰ ਵਾਲੀ ਉਹੋ ਹੀ ਪ੍ਰੋਗਰਾਮ ਆਰਗੇਨਾਈਜ਼ ਕਰਦੀ ਹੈ। ਉਹਦੇ ਕੋਲ ਸੁਖਵਿੰਦਰ ਜੀ ਇਸ ਵੇਲੇ 4 ਕਰੋੜ ਦੇ ਕਰੀਬ ਜਿਹੜਾ ਫੰਡ ਪਿਆ ਹੁੰਦਾ। ਜਦੋਂ ਇਹ ਸਮਾਗਮ ਹੁੰਦੇ ਸੀ ਤਾਂ ਕੁਦਰਤੀ ਤੌਰ ਤੇ ਮੁਸ਼ਕਲਾਂ ਜਿਹੜੀਆਂ ਹੱਲ ਹੁੰਦੀਆਂ ਸਨ, ਪਰ ਜਦੋਂ NRI ਸਭਾ ਦੇ ਆਯੋਜਿਤ ਸਮਾਗਮਾਂ ਦੇ ਵਿੱਚ ਜਿਹੜੇ ਪ੍ਰਵਾਸੀ ਲੋਕ ਸਨ ਉਹਨਾਂ ਨੇ ਆਣ ਕੇ ਪੰਜਾਬ ਸਰਕਾਰ ਦੇ ਖਿਲਾਫ ਜਿਹੜਾ ਬੋਲਣਾ ਸ਼ੁਰੂ ਕਰ ਦਿੱਤਾ, ਇਹ ਅਕਾਲੀ ਭਾਜਪਾ ਸਰਕਾਰ ਦੇ ਸਮੇਂ ਦੀ ਗੱਲ ਕਰ ਰਿਹਾ ਮੈਂ, ਤਾਂ ਸਰਕਾਰ ਨੇ ਨਾ ਫਿਰ ਉਸ ਸਭਾ ਤੋਂ ਦੂਰੀ ਬਣਾਉਣੀ ਜਿਹੜੀ ਉਹ ਸ਼ੁਰੂ ਕਰ ਦਿੱਤੀ। ਤਾਂ ਫਿਰ ਸਮਾਗਮ ਇੱਕੋ ਅੱਧਾ ਹੀ ਆਯੋਜਿਤ ਹੋਇਆ, ਬਾਅਦ ਚ ਹੋਇਆ ਨਹੀਂ। ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਹੁਣੀ ਆਏ। ਕੈਪਟਨ ਅਮਰਿੰਦਰ ਸਿੰਘ ਨੇ ਵੀ ਚਲੋ ਉਹਨਾਂ ਨੇ ਤੇ ਇਹ ਨਾਲ ਵੀ ਸੰਪਰਕ ਸਥਾਪਨ ਨਹੀਂ ਕੀਤਾ, NRI ਨਾਲ ਕੀ ਕਰਨਾ ਸੀ, ਉਹ ਦੂਰੀ ਕੰਮ ਖਤਮ ਹੋ ਗਿਆ। ਹੁਣ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ, ਇਹਨੇ 4 ਥਾਵਾਂ ਤੇ ਜਿਹੜੇ ਇਸ ਤਰ੍ਹਾਂ ਦੇ ਸੰਮੇਲਨ ਜਿਹੜੇ ਨੇ ਉਹ ਆਯੋਜਿਤ ਕਰਨ ਦਾ ਪ੍ਰੋਗਰਾਮ ਕੀਤਾ। ਮੋਗਾ ਹੈ, ਜਲੰਧਰ ਆ, ਅੰਮ੍ਰਿਤਸਰ ਆ, ਇੱਕ ਤਾਂ ਹੋਰ ਆ ਲੁਧਿਆਣਾ ਆਈ ਥਿੰਕ। ਤਾਂ ਉੱਥੇ ਹੁਣ ਸਰਕਾਰ ਨੇ ਆਪਣੇ ਕੋਲ ਪੈਸਾ ਕੋਈ ਨਹੀਂ ਲਾਇਆ। ਪੈਸਾ ਜਿਹੜਾ ਆ ਜੋ ਉਹਨਾਂ ਕੋਲ NRI ਸਭਾ ਜਲੰਧਰ ਜਿਹੜੀ ਆ ਮੇਨ ਰਜਿਸਟਰਡ ਜਿਹੜੀ ਆ ਉਹਦੇ ਕੋਲ ਲੈ ਲਿਆ ਤੇ ਉਹਦੇ ਉੱਤੇ ਲੈ ਕੇ ਜਿਹੜੀਆਂ ਪ੍ਰਾਪਤੀਆਂ ਸਰਕਾਰ ਜਿਹੜੀ ਆ ਆਪਣੀਆਂ ਦੱਸਦੀ ਪਈ ਆ। ਹੁਣ ਇਹੋ ਜਿਹੀ ਸਥਿਤੀ ਦੇ ਵਿੱਚ ਸੁਖਵਿੰਦਰ ਜੀ ਤੁਸੀਂ ਆਪ ਹੀ ਦੱਸੋ ਕਿ ਜਦੋਂ ਪੈਸਾ ਤੁਸੀਂ ਉਹਨਾਂ ਕੋਲ ਲੈ ਰਹੇ ਜੀ ਤਾਂ ਫਿਰ ਤੁਹਾਡੀ ਅਹਿਮ ਭੂਮਿਕਾ ਕੀ ਹੈ, ਮਸਲੇ ਨਿਬੇੜਨ ਦੇ ਵਿੱਚ ਕੀ ਆ। ਉਧਰ ਕੁਲਦੀਪ ਸਿੰਘ ਧਾਲੀਵਾਲ ਦੇ ਸਾਹਮਣੇ ਇੱਕ ਆਦਮੀ ਫੁੱਟ ਕਰਕੇ ਰੋ ਪਿਆ ਕਿ ਹਾਂ ਵੀ ਮੇਰੀਆਂ ਇਹ ਸਮੱਸਿਆਵਾਂ ਨੇ, ਤੇ ਪੰਜਾਬ ਦੇ ਇੱਕ ਬੜੇ ਵੱਡੇ ਬੰਦੇ ਦੀ ਉਸਨੇ ਗੱਲ ਵੀ ਕੀਤੀ ਜਿਹੜਾ ਭਗਵੰਤ ਮਾਨ ਦੇ ਕੋਲੇ ਲੱਗ ਹੈਗਾ। ਤੇ ਵਾਕਿਆ ਹੀ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ NRI ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਚਾਹੁੰਦੀ ਆ ਪੂਰਨ ਤੌਰ ਤੇ ਇਨਸਾਫ ਦੇ ਪੱਧਰ ਤੇ, ਤਾਂ ਸੁਖਵਿੰਦਰ ਜੀ ਫਿਰ ਇਹ ਜਿਹੜੇ ਫੰਡ ਨੇ ਇਹ ਪ੍ਰੋਗਰਾਮ ਆਪਣੇ ਪੱਧਰ ਤੇ ਆਯੋਜਿਤ ਕੀਤੇ ਜਾਣੇ ਚਾਹੀਦੇ ਆ। ਤਾਂ ਹੀ ਤੁਸੀਂ ਫਿਰ ਗਲਤ ਨੂੰ ਗਲਤ, ਠੀਕ ਨੂੰ ਠੀਕ ਕਹਿ ਸਕੋਗੇ। ਜਦੋਂ ਇੱਕ ਪਾਸੇ ਤਾਂ ਤੁਹਾਨੂੰ ਪਤਾ ਕਿ ਤੁਸੀਂ ਉਹਨਾਂ ਦੇ ਪੈਸਿਆਂ ਦੇ ਉੱਤੇ ਹੀ ਇਹ ਪ੍ਰੋਗਰਾਮ ਆਰਗੇਨਾਈਜ਼ ਕਰ ਰਹੇ ਤਾਂ ਫਿਰ ਤੁਸੀਂ ਉਹਨਾਂ ਦੇ ਖਿਲਾਫ ਵੀ ਕੋਈ ਕਾਰਵਾਈ ਕਰਨ ਤੋਂ ਅਸਮਰੱਥ ਹੈ, ਕਿਉਂਕਿ ਜ਼ਰੂਰੀ ਨਹੀਂ ਕਿ ਪ੍ਰਵਾਸੀਆਂ ਦੀਆਂ ਜਿਹੜੀਆਂ ਸ਼ਿਕਾਇਤਾਂ ਨੇ ਪੰਜਾਬ ਦੇ ਲੋਕਾਂ ਦੇ ਖਿਲਾਫ ਵੀ ਹੋਣ। ਇਹ ਵੀ ਹੋ ਸਕਦਾ ਕਿ ਪੰਜਾਬ ਦੇ ਲੋਕਾਂ ਦੀਆਂ ਸ਼ਿਕਾਇਤਾਂ ਵੀ NRI ਲੋਕਾਂ ਦੇ ਖਿਲਾਫ ਹੋਣ। ਫਿਰ ਉੱਥੇ ਜਦੋਂ ਇਨਸਾਫ ਕਰਨ ਦੀ ਗੱਲ ਆਊਗੀ ਤਾਂ ਫਿਰ ਤੁਸੀਂ ਸੁਖਵਿੰਦਰ ਜੀ ਠੀਕ ਤਰੀਕੇ ਨਾਲ ਤਕੜੀ ਤੋਲ ਨਹੀਂ ਜਾ ਸਕਦੇ, ਕਿਉਂਕਿ ਪੈਸੇ ਤਾਂ ਤੁਸੀਂ ਅਗਲੇ ਦੇ ਲਾਏ ਆ। ਡਰਾਮਾ ਤੁਸੀਂ ਤਾਈਸ਼ਾਹੀ ਲਾ ਕੇ ਚਲੇ ਜਾਂਦੇ ਜੀ, ਲੋਈ ਦੀ ਬੁੱਕਲ ਵੀ ਮਾਰ ਦੋਗੇ, ਇੰਨੀ ਵੀ ਗੱਲ ਕਹਿ ਦੋਗੇ ਕਿ ਮੈਂ ਸਾਰੇ ਕੰਮ ਕਰਾ ਦੂੰਗਾ, ਪਰ ਫਿਰ ਇਨਸਾਫ ਦੀ ਆਸ ਨਹੀਂ ਕੀਤੀ ਜਾ ਸਕਦੀ। ਜਾਂ ਤਾਂ ਫਿਰ ਜਿਸ ਤਰੀਕੇ ਨਾਲ ਦੂਰੀਆਂ ਪਹਿਲਾਂ ਬਣਾ ਕੇ ਰੱਖੇ ਉਸੇ ਤਰੀਕੇ ਨਾਲ ਹੀ ਕੰਮ ਚੱਲੋ। ਤੇ ਜੇ ਵਾਕਿਆ ਹੀ ਤੁਸੀਂ ਇਸ ਮਸਲਿਆਂ ਪ੍ਰਤੀ ਗੰਭੀਰ ਜੇ ਤਾਂ ਫਿਰ ਸਰਕਾਰ ਨੂੰ ਆਪਣੀ ਭੂਮਿਕਾ ਨਿਰਪੱਖ ਹੋ ਕੇ ਨਿਭਾਉਣੀ ਚਾਹੀਦੀ ਆ। ਨਿਰਪੱਖਤਾ ਤਾਂ ਹੀ ਆਏਗੀ ਜੇਕਰ ਮੈਂ ਕਿਸੇ ਕੋਲ ਦੀਵਾਨੀ ਦਾ ਦਾਅਵੇਦਾਰ ਨਾ ਹੋਵਾਂਗਾ। ਜੀ ਸੁਖਿੰਦਰ ਜੀ। ਅਕਸਰ ਤੁਸੀਂ ਸਾਡਾ ਪ੍ਰੋਗਰਾਮ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ, ਜਿਨ੍ਹਾਂ ਦੇ ਵੱਲੋਂ ਇਹਨਾਂ ਖਬਰਾਂ ਤੇ ਸਾਡੇ ਨਾਲ ਗੱਲਬਾਤ ਕੀਤੀ ਗਈ ਹੈ। ਉਮੀਦ ਕਰਦੇ ਹਾਂ ਕਿ ਅਣਖੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋ। ਦੁਬਾਰਾ ਫਿਰ ਮਿਲਾਂਗੇ। ਧੰਨਵਾਦ।